वाहिगुरू जी का खालसा वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरू 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 जी। परम सन्मानयोग अज की इस गुरमत क्लास विच हाज़री भर रहे गुरसिख प्यारिओ, सतगुरु जी ने अपनी असीस बख्श के सानू सारिਆਂ ਨੂੰ गुरु की गल करन दा सुनन दा मौका बख्श किया है। जीवन का उही समा सफल हुंदा है जिस समय अंदर सतगुरु जी की कीर्ति की जाए। जीवन का बहुत सारा बहुतार समा संसार के धंधियां विच बिना कीर्ति तो ही व्यर्थ निकल जाता है। सतगुरु जी की बख्शिश होवे फिर किरत विच कीर्ति का सुमेल हो जाता है। सतगुरु जी की बख्शिश की आस लई गुरु अगे बेनती प्रार्थना रजोइयां असीं करते हैं। ये क्लास इसका मकसद भी यही है कि जीवन की दौड़ खत्म होने तो पहला पता नहीं कदों खत्म हो जाएगी, सतगुरु जी की बख्शिश के पात्र बन सकीए और गुरमत की सिक्ख्या लैके सतगुरु जी के दर ते प्रवान होईए। सिद्ध गोष्ठ बाणी की असी अज फैसले की घड़ी ते पहुँच गए हाँ। 72वीं पौड़ी की विचार अज आरंभ होनी है। 71 पौड़ियां की विचार आपां पिछलियां कथा विचारां राहीं कर चुके हैं। लंबा विशा सी 68 तो लैके 71 तक सिद्धां दे एक पंक्ति के जो सवाल ने सतगुरु जी दीयां 4 पौड़ियां लगभग उसी सवाल के जवाब की व्याख्या दे विच उत्तर दे विच लगियां, क्योंकि निर्णा सी सिद्धां दे सवाल जिहड़े सन लगभग खत्म होए सन, तो सतगुरु जी ने अपने मत की भरपूर व्याख्या जिहड़ी सी वो कीती। तो अज 72वीं पौड़ी तो असी गुरमत विचार आरंभ करांगे। 72वीं पौड़ी का पाठ है शब्द कान बीड़ा सुन तू औदू बिन नावे जोग न होई। नामे राते अन दिन माते नामै ते सुख होई। शब्द कान बीड़ा सुन तू औदू बिन नामै जोग न होई। नामे राते अन दिन माते
नामै ते सुख होई, नामै ही ते सब प्रगट होवै, नामे सोजी पाई। बिन नामै भीख करें बहुत तेरे, सच्चा आप खुआई। सतगुर ते नाम पाइयै औदू, जोग जुगत ता होई। कर विचार मन देखो नानक, बिन नामै मुक्त ना होई। सतगुर ते नाम पाइयै औदू, जोग जुगत ता होई। कर विचार मन देखो नानक, बिन नामै मुक्त ना होई। सतगुरु गुरु नानक देव महाराज सच्चे पातशाह जी ने ਅੱਜ ਦੀ ਇਸ ਪੌੜੀ ਦੇ ਵਿੱਚ ਤਤਸਾਰ ਸਿੱਧ ਗੋਸ਼ਟ ਦਾ ਉਹ ਦੱਸਿਆ ਹੈ। ਲੰਬੀ ਵਿਚਾਰ ਚਰਚਾ ਸਿੱਧ ਗੋਸ਼ਟ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਦੀ ਮੰਡਲੀ ਦੇ ਵਿੱਚ ਹੋਈ। ਸਿੱਧਾਂ ਨੇ ਬਹੁਤ ਸਾਰੇ ਸਵਾਲ ਕੀਤੇ, ਬੜੀਆਂ ਸਮੱਸਿਆਵਾਂ ਆਪਣੇ ਜੀਵਨ ਦੀਆਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਰੱਖੀਆਂ, ਸਤਿਗੁਰੂ ਜੀ ਦੇ ਅੱਗੇ ਆਪਣੀਆਂ ਸਮੱਸਿਆਵਾਂ ਨੂੰ ਰੱਖਿਆ। ਜੇ ਸਵਾਲਾਂ ਦੀ ਗੱਲ ਨੂੰ ਦੇਖੀਏ ਤਾਂ ਇਹ ਕੋਈ ਆਮ ਮਨੁੱਖ ਇਹੋ ਜਿਹੇ ਸਵਾਲ ਨਹੀਂ ਕਰ ਸਕਦਾ। ਸਵਾਲਾਂ ਦਾ ਲੈਵਲ, ਸਵਾਲਾਂ ਦੇ ਦਰਜਾ ਬਹੁਤ ਉੱਚਾ ਹੈ। ਇਹੋ ਜਿਹੇ ਸਵਾਲ ਸਨ ਜਿਹੜੇ ਮਨੁੱਖੀ ਸੋਚ ਵਿੱਚ ਵੀ ਕਦੀ ਨਹੀਂ ਆਉਂਦੇ। ਆਪਾਂ ਵਿਚਾਰ ਕੀਤੀ ਹੈ ਸਾਰੀ ਸਿੱਧ ਗੋਸ਼ਟ ਦੀ, ਸ਼ਾਇਦ ਇਹ ਵਿਚਾਰ ਸਾਡੀ ਸੁਰਤ ਵਿੱਚ ਕਦੀ ਨਾ ਆਏ ਹੋਣ, ਜਿਹੜੇ ਵਿਚਾਰ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆਪਣੇ ਸਵਾਲ ਰੱਖੇ। ਸਿੱਧਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਆਪਣੇ ਸਵਾਲ ਦੱਸੇ ਰੱਖੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਦੇ ਸਵਾਲਾਂ ਦਾ, ਉਹਨਾਂ ਦੀਆਂ ਸਮੱਸਿਆਵਾਂ ਦਾ ਜਵਾਬ ਬਾਕਮਾਲ ਤਰੀਕੇ ਨਾਲ ਦਿੱਤਾ, ਬਾਕਮਾਲ ਤਰੀਕੇ ਨਾਲ। ਹੁਣ ਆਖਰ ਸਾਰੀ ਗੋਸ਼ਟੀ ਦਾ, ਵਿਚਾਰ ਚਰਚਾ ਦਾ ਫੈਸਲਾ ਤਾਂ ਹੋਣਾ ਹੀ ਹੈ, ਫੈਸਲਾ ਤਾਂ ਹੋਣਾ ਹੀ ਹੁੰਦਾ ਹੈ। ਉਹ ਗੋਸ਼ਟੀ ਵੀ ਕਾਹਦੀ ਹੈ ਜਿਸ ਗੋਸ਼ਟੀ ਵਿੱਚ ਕਿਸੇ ਨਤੀਜੇ ਤੇ ਨਾ ਪਹੁੰਚਿਆ ਜਾਵੇ। ਅਸਲ 'ਚ ਉਹਦਾ ਨਾਮ ਗੋਸ਼ਟੀ ਨਹੀਂ ਹੋ ਸਕਦਾ, ਵਿਚਾਰ ਚਰਚਾ ਨੂੰ ਕਹਿ ਹੀ ਨਹੀਂ ਸਕਦੇ। ਸਾਡੀਆਂ ਸਮੱਸਿਆ ਇਹ ਹੈ, ਸਾਡੀ ਕੌਮ ਦੀ ਵੀ ਸਮੱਸਿਆ ਇਹ ਹੈ, ਔਰ ਸਾਡੀ ਜਾਤੀ ਸਮੱਸਿਆ ਵੀ ਇਹ ਹੈ ਵੀ ਅਸੀਂ ਗੋਸ਼ਟੀ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਗੋਸ਼ਟੀ ਕਰਨ ਦੀ ਕੌਮ ਨੂੰ ਵੀ ਜਾਚ ਨਹੀਂ ਆਈ, ਸਾਨੂੰ ਵੀ ਜਾਚ ਨਹੀਂ ਆਈ। ਗੋਸ਼ਟੀ ਕਰਦਿਆਂ ਕਰਦਿਆਂ ਹਰ ਬੰਦਾ ਇਹੋ ਹੀ ਚਾਹੁੰਦਾ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ, ਮੇਰੀ ਗੱਲ ਠੀਕ ਹੈ, ਮੇਰਾ ਉੱਤਰ ਠੀਕ ਹੈ, ਮੈਂ ਜੋ ਕਹਿ ਰਿਹਾ ਉਹ ਲਾਗੂ ਹੋਣਾ ਚਾਹੀਦਾ ਹੈ। ਇਹ ਫਿਰ ਗੋਸ਼ਟੀ ਨੇ ਇਹ ਹੁਕਮ ਹੁੰਦਾ ਹੈ। ਗੋਸ਼ਟੀ ਦਾ ਇੱਕ ਅਸੂਲ ਹੈ, ਤੁਹਾਡੇ ਨਿੱਜੀ ਵਿਚਾਰ, ਸਾਡੇ ਨਿੱਜੀ ਵਿਚਾਰ ਕੁਝ ਵੀ ਹੋਣ, ਪਰ ਜੇ ਸਾਨੂੰ ਦੂਜੇ ਦੇ ਵਿਚਾਰਾਂ ਵਿੱਚੋਂ ਕੁਝ ਅਸਲੀਅਤ ਨਜ਼ਰ ਆਉਂਦੀ ਹੋਵੇ, ਕੁਝ ਸੱਚਾਈ ਨਜ਼ਰ ਆਉਂਦੀ ਹੈ, ਤੇ ਆਪਣੇ ਵਿਚਾਰ ਨੂੰ ਤਿਆਗ ਕੇ ਉਹ ਵਿਚਾਰਾਂ ਨੂੰ ਮੰਨਣਾ ਪੈਂਦਾ ਹੈ। ਇਹ ਗੋਸ਼ਟੀ ਦਾ ਅਸੂਲ ਹੈ। ਹਾਲਾਂਕਿ ਸਿੱਧਾਂ ਨੇ ਇੱਕ ਸਵਾਲ ਨਾਲ ਜਾਂ ਇੱਕ ਉੱਤਰ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ, ਬੜੇ ਸਵਾਲ ਕੀਤੇ। ਜਦੋਂ ਇੱਕ ਸਵਾਲ ਉਹਨਾਂ ਦਾ ਮੁੱਕਦਾ, ਦੂਜਾ ਸਵਾਲ ਰੱਖਦੇ, ਦੂਜੇ ਦਾ ਜਵਾਬ ਮਿਲਦਾ, ਤੀਜਾ ਸਵਾਲ ਰੱਖਿਆ। ਅਣਗਿਣਤ ਸਵਾਲ, ਜਿਹੜੇ ਲਿਖਾਰੀਆਂ ਦੀ ਗਿਣਤੀ ਵੱਖਰੋ ਵੱਖਰੀ ਹੈ, ਕਿਸੇ ਨੇ ਕਿੰਨੇ ਲਿਖੇ ਹਨ, ਕਿਸੇ ਨੇ ਕਿੰਨੇ ਲਿਖੇ ਹਨ। ਇਹ ਮਸਲਾ ਨਹੀਂ ਗਿਣਤੀ ਕਿੰਨੀ ਹੈ, ਮਸਲਾ ਹੈ ਵੀ ਉਹਨਾਂ ਦੇ ਸਵਾਲ ਕਿੰਨੇ ਔਖੇ ਤੇ ਟੇਢੇ ਹਨ, ਪਰਚਾ ਕਿੰਨਾ ਮੁਸ਼ਕਲ ਹੈ। ਆਸਾਨ ਪਰਚਾ ਤਾਂ ਹਰ ਕੋਈ ਹੱਲ ਕਰ ਲੈਂਦਾ ਹੈ, ਪਰ ਜਦੋਂ ਮੁਸ਼ਕਲ ਪਰਚਾ ਹੋਵੇ,
कई बार असीं तां कह दिंदे जी वो सिलेबस तो बाहरों ही आ गया, सानू तां पता ही नहीं लगा। पता क्यों नहीं लगा? सानू ਉਹਦੀ जानकारी नहीं सी, ਜਾਂ ਅਸੀਂ ਉਹਦਾ ਅਭਿਆਸ नहीं सी ਕੀਤਾ, सानू ਉਹਦਾ ਗਿਆਨ नहीं सी। गुरु नानक पातशाह ने ये नहीं आख्या मेरे परचा सिलेबस तो बाहर है, ਤੁਹਾਡੇ सवाल ਜਿਹੜੇ ਹਨ ਉਹ ਗੁਰਮਤਿ ਅਨੁਸਾਰੀ नहीं ਹਨ। किते ऐसी गल नहीं की। ਜਿਹੜਾ भी सवाल सिद्धा ने किया ਉਹਦਾ जवाब दिता। गोष्ठी ਇਹਨੂੰ ही कहते हैं, पर उन्होंने भी तसल्ली ना सुनिया। पर सुनने तो बाद फिर होर सवाल किया, फिर हर सवाल का जवाब गुरु नानक पातशाह जी ने उन्होंने झोली में पा दिता। तो इत्थे सारी विचार चर्चा दे विच की होया, आखिर नतीजा की निकलिया, ये फैसला हुण गुरु पातशाह गुरु नानक साहब ने दिता। तो ये गल थोड़ी समझण वाली है। गुरु नानक पातशाह ने फैसला अपना नहीं दिता, ये नहीं क्या गुरु नानक फैसला दे रहा है। गुरु नानक साहब जी ने जिहड़ी फैसले की गल की है वो शब्द तो शुरू की है। शब्द का फैसला कहते सुन, गुरु नानक पातशाह का फैसला नहीं। कहते सिद्धो हे सिद्ध मंडली, ये सिद्ध जनो, ये सिद्ध पुरुषो, शब्द का फैसला है, शब्द का निर्णय है। हुण ये गल किद्दां शुरू पता लगती है? सिद्ध गोष्ठ की रहाओ वाली पंक्ति आपां जदों पढ़ी सी, क्या भविए सच सूचा होए, साज शब्द बिन मुक्त ना होए। सच्चे शब्द तो बिना किसी नूं माया के बंधना तो छुटकारा नहीं मिलता। उत्थे भी शब्द की गल हुई सी। इसदा मतलब सारी बाणी का आधार शब्द है। सतगुरु ने किते शरीर की गल नहीं की, शब्द राही ज्ञान दिता है, शब्द राही सिद्धा नूं गल्लां समझाइयां हन। शब्द की है? बोल बोल बोले, शब्द बोले और शब्द राही रब्बी ज्ञान दीयां गल्लां सिद्धा दे नाल कीतीआं। हुण जिहड़ा केंद्री भाव सिद्ध गोष्ठ दा सी, क्या भविए सच सूचा होए, साज शब्द बिन मुक्त ना कोए। ते हुण इत्थे गुरु पातशाह ने शब्द है का नबेड़ा सुन तू औधू, फैसला भी शब्द के उत्ते दिता, शब्द अनुसार दिता, शब्द का फैसला सुनाया। मेरा फैसला नहीं, किसी शरीर का फैसला नहीं। गुरु नानक सिद्धा नूं शब्द का फैसला सुनाते हैं। जज कौन होया? शब्द होया। शब्द के फैसले गुरु पातशाह ने दसिया। ते आखिरी पंक्ति जिहड़ी इस पौड़ी की, कर विचार मन देखो नानक, बिन नामै मुक्त ना होई, इहदे विच सारा तत्त पेश कर दिता। सिद्धो तुसी भी कहते मन में झातियां मार के देख लो, मन च विचारां करके देख लो, अपने मन दे विच अपने मन नूं फूल के देखो, अपने मन नूं जरा समझ के देखो। सतगुरु जी सिद्धा नूं भी ये गल कहंदे ने भी सारे शब्द का उपदेश गुरु पातशाह जी हुण समझाउंदे ने। कहते अपने मन विचार अपनी झाती तो मारो, अंदर तो अपने गिरीवान में तो देखो। तुसी भी यही गल नाल सहमत होवोगे, जिहड़ा नबेड़ा शब्द का है, जिहड़ा फैसला शब्द का है। तो सतगुरु जी ने नाल ये भी गल कीती भी इस शब्द मिलता कित्थों है, वो भी इस फैसले विच नाल लिखिया, दर्ज किया। अज की पौड़ी दे विच बड़ी महत्वपूर्ण पौड़ी है। सतगुरु गुरु नानक पातशाह जी की जो फैसले की घड़ी है, कहते ने शब्द का नबेड़ा सुन तू औधू, बिन नामे जोग ना हुई। कि सिद्ध पुरुषो, अवधूत जनो, कि सिद्धो है जोगियो। हुण सारे शब्द का फैसला सुन लो। सारे शब्द का नबेड़ा की कहते ने? फैसला। निबेड़ा किनू आखदे ने? फैसला। कहते चलो झगड़ा निबड़ गया, निबड़ गया मतलब फैसला हो गया। चलो गल तां निबड़ी, किसी पासे लगी, मतलब फैसले ते पहुंच गई। निबेड़ा लफज जिहड़ा है, इहदे अर्थ फैसला हैं। तो सतगुरु ने इत्थे शब्द है दलावां दे नाल है, लां दे नाल पाठ नहीं है। इसदा मतलब शब्द दा
ਕੀ ਕਹਿੰਦੇ ਸਤਿਗੁਰੂ? ਸ਼ਬਦੇ ਕਾ ਦਾ ਮਤਲਬ ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ, ਜਿੰਨਾ ਕੁਛ ਆਪਾਂ ਵਿਚਾਰਿਆ ਹੈ, ਜਿੰਨਾ ਕੁ ਅਸੀਂ ਸਾਰਾ ਸਿੱਧ ਗੋਸ਼ਟ ਵਿੱਚ ਗੱਲਾਂ ਕੀਤੀਆਂ ਹਨ। ਤੇ ਫਿਰ ਕਹਿੰਦੇ ਫੈਸਲਾ, ਨਿਬੇੜਾ ਦਾ ਅਰਥ ਹੈ ਫੈਸਲਾ। ਕਹਿੰਦੇ ਸਿੱਧੋ ਸਾਰੇ ਉਪਦੇਸ਼ ਦਾ, ਸਾਰੀ ਵਿਚਾਰ ਚਰਚਾ ਦਾ, ਸਾਰੇ ਸ਼ਬਦ ਦਾ ਫੈਸਲਾ ਕੀ ਹੈ ਉਹ ਸੁਣੋ, ਮੇਰਾ ਫੈਸਲਾ ਨਹੀਂ। ਬਾਰ ਬਾਰ ਮੈਂ ਇਹ ਗੱਲ ਦੁਹਰਾ ਰਿਹਾ ਕਿਉਂਕਿ ਅਸੀਂ ਸ਼ਬਦ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਦੇ ਹਾਂ। ਜਦੋਂ ਸ਼ਬਦ ਵਿੱਚੋਂ ਮਾਈਨਸ ਹੋ ਜਾਏ, ਸਰੀਰਾਂ ਦੀ ਗੱਲ ਜਦੋਂ ਰਹਿ ਜਾਏ, ਤਾਂ ਫੈਸਲੇ ਕਦੀ ਗੁਰੂ ਅਨੁਸਾਰੀ ਨਹੀਂ ਹੁੰਦੇ। ਜਦੋਂ ਸ਼ਬਦ ਸਾਡੇ ਸਾਹਮਣੇ ਹੋਏਗਾ, ਸ਼ਬਦ ਦਾ ਫੈਸਲਾ ਹੋਏਗਾ, ਸ਼ਬਦ ਦੀ ਸਿੱਖਿਆ ਤੇ ਫੈਸਲਾ ਹੋਏਗਾ, ਉਹਦੇ ਵਿੱਚ ਸਾਰੀ ਕੌਮ ਨੂੰ ਵੀ ਸਿਰ ਝੁਕਾਉਣਾ ਪਏਗਾ। ਸਾਡੀ ਦੁਖਾਂ ਤੇ ਹੈ ਵੀ ਅੱਜ ਸਾਡੇ ਫੈਸਲੇ ਨਿੱਜੀ ਹਨ, ਸਮੱਸਿਆਵਾਂ ਬਹੁਤ ਨੇ, ਪ੍ਰਸ਼ਨ ਸਾਡੇ ਅੱਗੇ ਵੀ ਬਹੁਤ ਨੇ, ਪਰ ਸਾਡੇ ਫੈਸਲੇ ਗੁਰੂ ਅਨੁਸਾਰੀ ਨਾ ਹੋ ਕੇ ਕਿਸੇ ਵਿਅਕਤੀ ਦੀ ਸੋਚ ਦੇ ਉੱਤੇ ਖੜੇ ਹੋ ਗਏ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸੋਚ ਨਹੀਂ ਦੱਸੀ ਵੀ ਮੇਰਾ ਫੈਸਲਾ ਸੁਣੋ, ਇਹ ਨਹੀਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ। ਸਤਿਗੁਰੂ ਜਦੋਂ ਚਰਚਾ ਕਰਦਾ ਢੰਗ ਵੀ ਦੱਸਦੇ ਨੇ, ਸਮੱਸਿਆਵਾਂ ਦਾ ਹੱਲ ਵੀ ਦੱਸਦੇ ਨੇ, ਤਰੀਕਾ ਦੱਸਦੇ ਹੈ ਕਿਵੇਂ ਤਰੀਕਾ ਅਪਣਾਇਆ ਜਾਵੇ ਤਾਂ ਕਿਸ ਤਰੀਕੇ ਨਾਲ ਸਾਡੇ ਕੌਮੀ ਸਮੱਸਿਆਵਾਂ ਸਾਡੇ ਸਾਹਮਣੇ ਹੁਣ ਉਹਦਾ ਹੱਲ ਲੱਭਿਆ ਜਾਵੇ। ਕੇਵਲ ਸਿੱਧਾ ਨੂੰ ਤਾਂ ਨਹੀਂ ਸੀ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ, ਸਾਨੂੰ ਵੀ ਤਾਂ ਸਮਝਾਈ। ਅਸੀਂ ਵੀ ਤਾਂ ਪਰਮਾਰਥ ਦੀ ਗੱਲਾਂ ਕਰਦੇ ਹਾਂ, ਸਾਨੂੰ ਵੀ ਸਤਿਗੁਰੂ ਨੇ ਉਨੀ ਸਿੱਖਿਆ ਦਿੱਤੀ ਜਿੰਨੀ ਸਿੱਧਾ ਨੂੰ ਦਿੱਤੀ ਸੀ। ਤੋ ਇੱਥੇ ਹੁਣ ਸਤਿਗੁਰੂ ਜੀ ਕਹਿੰਦੇ ਕਿ ਵੀ ਸ਼ਬਦ ਦੀ ਗੱਲ ਸੁਣੋ, ਸ਼ਬਦ ਦਾ ਨਿਬੇੜਾ ਸੁਣੋ, ਸ਼ਬਦ ਦਾ ਫੈਸਲਾ ਸੁਣੋ। ਸਿੱਧੋ ਸ਼ਬਦ ਦਾ ਫੈਸਲਾ ਹੈ ਪ੍ਰਭੂ ਦੀ ਬੰਦਗੀ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ, ਜੋਗ ਨਹੀਂ ਹੋ ਸਕਦਾ। ਜੋਗ ਦਾ ਅਰਥ ਹੈ ਮਿਲਾਪ। ਆਪਾਂ ਸ਼ੁਰੂ ਤੋਂ ਹੀ ਇਹ ਗੱਲ, ਜੋਗ ਜੋੜ ਲਫ਼ਜ਼ ਜਿਹੜਾ ਜੋੜ, ਅਸੀਂ ਕਹਿੰਦੇ ਜੋੜ ਕਿੰਨਾ ਹੋ ਗਿਆ, 2+2, 2+2 ਜੋੜ ਕਿੰਨਾ 4, ਫਿਰ ਮਿਲਾਪ। ਜਦ 2 ਨਾਲ 2 ਮਿਲ ਗਿਆ ਫਿਰ ਕਿੰਨੇ ਬਣ ਜਾਂਦੇ 4। ਤੇ ਜੋਗ ਦਾ ਅਰਥ ਮਿਲਾਪ ਹੈ। ਤੇ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਕਿ ਸਿੱਧੋ ਸਾਰੇ ਉਪਦੇਸ਼ ਦਾ, ਸਾਰੇ ਸ਼ਬਦ ਦਾ ਜਿਹੜਾ ਫੈਸਲਾ ਹੈ ਉਹ ਹੈ ਕਿ ਪ੍ਰਭੂ ਦੀ ਬੰਦਗੀ ਤੋਂ ਬਿਨਾਂ, ਪ੍ਰਭੂ ਦੀ ਯਾਦ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਜੋਗ ਨਹੀਂ ਹੁੰਦਾ। ਭਰਾ ਪ੍ਰਭੂ ਦਾ ਮਿਲਾਪ ਨਹੀਂ ਕੀਤਾ, ਪਰਮੇਸ਼ਰ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਹੁਣ ਇਹ ਵੀ ਗੱਲ ਇੱਕ ਸਮਝਣ ਵਾਲੀ ਹੈ ਵੀ ਨਾਮ ਲਫ਼ਜ਼ ਜਿਹੜਾ ਹੈ ਇੱਥੇ ਵਰਤਿਆ ਗਿਆ, ਇਹ ਵਿਚਾਰ ਚਰਚਾ ਦੇ ਵਿੱਚ ਅੱਗੇ ਆਉਂਦਾ ਜਾਏਗਾ। ਸਾਰੇ ਸ਼ਬਦ ਵਿੱਚ ਨਾਮ ਦੀ ਅੱਗੋਂ ਗੱਲ ਕੀਤੀ ਗਈ ਹੈ, ਸਾਰੀ ਪੌੜੀ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ। ਤਾਂ ਗੁਰੂ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਦੇਖੋ, ਇਹ ਨਾਮ ਤੋਂ ਬਿਨਾਂ, ਪਰਮੇਸ਼ਰ ਦੀ ਯਾਦ ਤੋਂ ਬਿਨਾਂ ਮਿਲਾਪ ਨਹੀਂ ਹੋਣਾ। ਮਿਲਾਪ ਹੋਣਾ ਉਹਦੀ ਯਾਦ ਦੇ ਨਾਲ। ਤਾਂ ਗੁਰਮਤ ਦੇ ਪ੍ਰਕਾਸ਼ ਤੋਂ ਪਹਿਲਾਂ, ਗੁਰਮਤ ਦੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਪ੍ਰਭੂ ਦੀ ਪ੍ਰਾਪਤੀ ਦੇ ਲਈ ਕਈ ਕਰਮ ਕੀਤੇ ਜਾਂਦੇ ਸਨ। ਤਨ ਨੂੰ ਦੁੱਖ ਦੇਣਾ, ਆਪਣੇ ਸਰੀਰ ਨੂੰ ਦੁੱਖ ਦੇਣਾ, ਤਪ ਸਾਧਨਾ ਕਰਨੀ, ਜੰਗਲਾਂ ਵਿੱਚ ਜਾ ਕੇ ਨਿਵਾਸ ਕਰ ਲੈਣਾ, ਵਾਸੇ ਕਰ ਲੈਣੇ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ, ਮੰਤਰਾਂ ਦੇ ਜਾਪ ਕਰਨੇ, ਮੰਤਰਾਂ ਦੇ ਜਾਪ ਕਰਨੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਉੱਥੇ ਟਿਕਾਣੇ ਬਣਾ ਕੇ ਬੈਠ ਜਾਣਾ, ਦਾਨ ਦੇਣੇ, ਦਾਨ ਲੈਣੇ, ਅਨੇਕਾਂ ਹੋਰ ਕਰਮ ਸਨ ਜੋ ਧਰਮ ਦੇ ਨਾਂ ਦੇ ਉੱਤੇ ਕੀਤੇ ਜਾਂਦੇ ਸਨ। ਅਨੇਕਾਂ ਹੀ ਹੋਰ ਕਰਮ ਜਿਹੜੇ ਧਰਮ ਦੇ ਨਾਂ ਤੇ ਉਦੋਂ ਦੁਨੀਆ ਸੰਸਾਰ ਵਿੱਚ ਕੀਤੇ ਜਾਂਦੇ ਸੀ। ਗੁਰੂ ਸਾਹਿਬਾਨਾਂ ਨੇ ਇਹਨਾਂ ਕਰਮਾਂ ਨੂੰ ਇਹ ਗੱਲ ਸਮਝਾ ਦਿੱਤੀ ਵੀ ਇਹ ਸੈਂਕੜੇ ਫਜ਼ੂਲ ਕਰਮ ਦੇ ਨਾਲ, ਇੱਕ ਨਹੀਂ ਦੋ ਨਹੀਂ, ਸੈਂਕੜੇ ਫਜ਼ੂਲ ਜਿਹੇ ਕਰਮ ਕਰਨ ਦੇ ਨਾਲ ਗੱਲ ਨਹੀਂ ਬਣਨੀ। ਨਾ ਹੀ ਪਰਮੇਸ਼ਰ ਦਾ ਮਿਲਾਪ ਹੋਣਾ ਹੈ, ਨਾ ਹੀ ਪਰਮੇਸ਼ਰ ਦੇ ਨਾਲ ਜੋਗ ਬਣਨਾ ਹੈ ਇਹਨਾਂ ਕਰਮਾਂ ਦੇ ਨਾਲ।
इन कर्म कांडा दे नाल। क्यों? ਅਸੀਂ बड़ा लंबा शब्द सोठ राग दा पढ़ते हैं, पाठ पढ़ियो और वेद विचारियो निवल विहंगम साधे। ਉਹਦੇ ਚ ਸਤਿਗੁਰੂ ਕਹਿੰਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। बड़े कर्म करके वेख ले पर सारे कर्मां विच मिलाप नहीं है। हुण उत्थे कर्मां दा जिक्र है सारा, पूरा शब्द आपां पढ़ीए सोठ राग दा, पूरा दान देने हर चीज हर कर्म कांड उहदे च वर्णन किया गया। लगभग सारे कर्म जो किए जाते सी गुरु साहब जी ने उहदे विच सारे ही दर्ज कर दिते। पर प्यारे इन बिद मिलन ना जाई, मैं कीए कर्म अनेकां। अगे गल की हार परियो स्वामी कै द्वारे। हुण मैं हार गया, तेरी शरण विच आ गया। अब विवेक बुद्ध दे। मंगिया की? विवेक बुद्ध कि मैं कर्म कांडा तो उत्ते उठ के तेरे नाम दे नाल जुड़ सकां। मेरी सोच इहो जी बना, आ कर्म कांडी सोच तो बाहर कढ मैनू। जिहड़ी कर्म कांडी सोच है उस चों मैनू बाहर कढ। तो देखो ये गुरु नानक पातशाह तां ये गल सानू समझाउंदे भी जिंदगी का नबेड़ा जां मिलाप जिहड़ा है वो शब्द तो बिना नहीं होना, नाम तो बिना नहीं होना। हुण असीं करिए कर्म कांड, एक नहीं हज़ारां कर्म कांड अज सिख जगत विच आ वड़िया, और सारा कर्म कांड कीता भी धर्म दे नां ते जांदा। मैं तो हैरान हो जाना कई बारी भी सानू शायद अजे तक गुरु की बाणी की समझ नहीं आई। और इन्नी वड्डी पिछे थोड़े दिन पहला ही दरबार साहब दे विच जदों पहला प्रकाश दिहाड़ा मनाया गया, हालांकि मूल नानकशाही कैलेंडर मुताबक 1 सितंबर का दिहाड़ा है, ਉਹਦੇ ਵਿੱਚ पता नहीं किन्ने करोड़ के फुੱਲ लिया के ਜਿਹੜੇ ਸੀ ਉੱਥੇ गुरु साहब ਨੂੰ भेंट करते गए। ਹੁਣ गल तो गुरु जे गल गुरबाणी की मनीए वो तो भवरे ने फुੱਲ पहले ही झूठा कर दिता, दुध बच्चे ने झूठा कर दिता। ये चीज़ां तो कित्थे सी, किन्ना कर्म कांड धर्म के नां ते असीं कीता। हुण केंद्री स्थान तो जदों ये कर्म कांड होएगा ਇਹਦੀ कोई वैल्यू नहीं है। सतगुर का सत्कार केवल फुੱਲ भेंट करने विच नहीं है। फुੱਲ भेंट करने एक शरधा पक्ष हो सकता, लेकिन इन्नी मात्रा विच किन्ने टन लिया के फुੱਲਾਂ ਨੂੰ भेंट कर देना, और जी किसी एक व्यक्ति ने सेवा करती होएगी, ਉਹਨੂੰ समझाउणा तो साडी ड्यूटी सी ना भी गुरु इन्हां चीज़ां नाल नहीं रीझदा। जे रीझदा हुंदा तो सतगुर बाणी एडी सारी क्यों लिखदे साडे अगे। गुरु पातशाह तो कहते इन्हां इस गुरु का इस सत्कार विच बाहर मुखी सत्कार विच भी नहीं आउंदी ये चीज़ां जिहड़ियां असीं करना चाहुंदे हां। और धर्म के नां ते उदों कर्म कांड उदों भी हुंदे सी, असीं हुण भी करदे हां। जोतां बाल लईआं, वरत रख ले, असीं ये नहीं देखिया भी साडा है कि नहीं है, असीं रंग सुट दित्ते, रंग पा ले, सब धर्म के नां दे उत्ते। दीवे जगा ले, दीवे बुझा ले, सब धर्म के नां दे उत्ते। असीं किन्ना कुछ करदे हां, पर गुरु साहब इन्हां नूं सारा फजूल की गल कहंदे आ। इन बिद मिलन ना चाहिए, मैं कीए कर्म अनेकां। ਇਹਦਾ मतलब ਸਾਡੇ ਕੋਲ विवेक बुद्धि नहीं है। फिर असीं कहने जी साडे असीं रब तो दूर क्यों, असीं तो इन्ना कुछ कीता, असीं तो फलाना जी दे बाबे दे कहण ते आ कुछ करता, फलाने दे कहण ते आ कुछ करता, नारे भी रखते, असीं तो जोतां भी जगा लईआं, असीं तो कई कुछ करता, कुंभ भी भर ले, बनिया फिर भी कुछ ना। क्यों? क्योंकि कीए कर्म अनेकां सीगे। ये शब्द का फैसला हुण गुरु नानक साहब जिहड़े कहण लगे भाई देखो ये गुरमत तो पहला जिहड़ा असीं कहंदे ने ये धर्म के नां ते होए कीते कंमां दे विच रब नहीं मिलदा। सतगुरां सारे गुरु साहिबान ने फजूल काम दस्सिया भी फजूल का काम है, ते नाल भी गल समझा दी बई सिद्धो जनो ये पुरशो इस दुनिया के लोगो, गुरु की सिक्ख्या गुरु का शब्द समझण दे नाल ही परमेश्वर की प्राप्ति हुंदी है। हुण तत्सार इत्थे आ गया भी गुरु का सिक्ख्या ते गुरु का शब्द समझण दे नाल ही परमेश्वर की प्राप्ति हुंदी है। तो शब्द की रोशनी नाल मनुख नूं हर पासे हर थां दे उत्ते प्रभु नज़र आउंदा है। इस शब्द की रोशनी दे नाल
ਤੇ ਉਸ ਪ੍ਰਭੂ ਦੇ ਕੁਦਰਤ ਵਿੱਚ ਵਸਦੇ ਹੋਣ ਕਰਕੇ ਉਸਦੇ ਕੌਤਕਾਂ ਨੂੰ ਵੇਖ ਕੇ ਵੀ ਮਨ ਵਾਹਵਾ ਕਰ ਉੱਠਦਾ ਹੈ, ਕਿਉਂਕਿ ਫਿਰ ਸਮਝ ਆ ਜਾਂਦੀ ਹੈ ਬਲਿਹਾਰੀ ਕੁਦਰਤ ਵਸਿਆ ਤੇ ਰਾਮ ਨਾ ਜਾਈ ਲਖਿਆ। ਇਹ ਗੱਲ ਸਮਝ ਆ ਜਾਂਦੀ, ਬਲਿਹਾਰ ਸਦਕੇ ਕੁਰਬਾਨ। ਫਿਰ ਮਨ ਵਾਹਵਾ ਕਰਦਾ ਵਿਸਮਾਦ ਚ ਕਦੋਂ ਪਹੁੰਚਦਾ ਹੈ? ਜਦੋਂ ਉਹਨੇ ਸਮਝ ਆ ਜਾਂਦੀ ਹੈ। ਕੀ ਸਮਝ ਆ ਜਾਂਦੀ ਹੈ? ਸ਼ਬਦ ਦੀ ਰੋਸ਼ਨੀ ਦੇ ਨਾਲ ਸਮਝ ਆ ਗਈ ਪਰਮੇਸ਼ਰ ਹਰ ਥਾਂ ਤੇ ਹੈ, ਪ੍ਰਭੂ ਸਰਵ ਵਿਆਪਕ ਹੈ, ਪ੍ਰਭੂ ਸਾਡੇ ਅੰਦਰ ਵੀ ਹੈ, ਪ੍ਰਭੂ ਬਾਹਰ ਵੀ ਹੈ, ਪ੍ਰਭੂ ਕੁਦਰਤ ਵਿੱਚ ਵੀ ਹੈ, ਕਾਇਨਾਤ ਵਿੱਚ ਹੈ। ਕਿੱਡਾ ਸੋਚ ਦਾ ਦਾਇਰਾ ਵਿਸ਼ਾਲ ਹੋਇਆ। ਜਦੋਂ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਫਿਰ ਉਹਦੇ ਕੌਤਕ ਦੇਖਦਾ ਹੈ। ਵਾਹ ਵਾਹ ਵਾਹ, ਤੂੰ ਆਵਾਜ਼ਾਂ ਦਿੱਤੀਆਂ ਮਾਲਕਾ, ਕਮਾਲ ਦੀਆਂ ਆਵਾਜ਼ਾਂ। ਪਤਾ ਹੀ ਨਹੀਂ ਘਰ ਦੇ ਜੀ ਜਿੰਨੇ ਜੀ ਉਨੀ ਵੱਖਰੀ ਆਵਾਜ਼। ਅਸੀਂ ਆਵਾਜ਼ ਤੋਂ ਹੀ ਪਛਾਣ ਲੈਂਦੇ ਹਾਂ ਕਿ ਫਲਾਣੇ ਦੀ ਆਵਾਜ਼ ਹੈ। ਭੈਣਾਂ ਭਰਾ ਦੀ ਆਵਾਜ਼ ਨਹੀਂ ਮਿਲਦੀ, ਪਤੀ ਪਤਨੀ ਦੇ ਆਵਾਜ਼ਾਂ ਨਹੀਂ ਮਿਲਦੀਆਂ। ਆਵਾਜ਼ਾਂ ਤੋਂ ਸਾਰਾ ਕੁਝ ਅੰਦਾਜ਼ਾ ਲੱਗ ਜਾਂਦਾ। ਕਦੀ ਸੋਚ ਕੇ ਦੇਖੋ ਕਿੱਡਾ ਵਿਸਮਾਦ ਦੀ ਗੱਲ ਹੈ, ਕਿੱਡੀ ਵਿਸਮਾਦ ਵਿੱਚ ਚੀਜ਼ਾਂ ਲੈ ਕੇ ਜਾਂਦੀਆਂ ਜਦੋਂ ਅਸੀਂ ਉਹ ਕਰਤਾਰ ਦੀ ਰਚੀ ਹੋਈ ਕੁਦਰਤ ਨੂੰ ਦੇਖਦੇ ਹਾਂ, ਕਿਉਂਕਿ ਅਸੀਂ ਵੀ ਤਾਂ ਕੁਦਰਤ ਦਾ ਹਿੱਸਾ ਹਾਂ। ਬੰਦਾ ਵਿਸਮਾਦ ਵਿੱਚ ਚਲੇ ਜਾਂਦਾ ਹੈ ਜਦੋਂ ਉਸ ਸ਼ਬਦ ਦੀ ਗੱਲ ਨੂੰ ਸਮਝਦਾ ਹੈ। ਹੁਣ ਸਿੱਧ ਵੀ ਇਹੋ ਹੀ ਕਰਮ ਕਰਦੇ ਸਨ, ਘਰ-ਬਾਰ ਤਿਆਗ ਕੇ ਜੰਗਲਾਂ ਦੇ ਕੰਢਿਆਂ ਨੂੰ ਲਤਾੜਦੇ ਫਿਰਦੇ, ਕੰਧ ਮੂਲ ਤੇ ਗੁਜ਼ਾਰਾ ਕਰਦੇ, ਸਰੀਰ ਨੂੰ ਕਸ਼ਟ ਦਿੰਦੇ, ਰਿਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਲੋਕਾਂ ਨੂੰ ਡਰਾ ਕੇ ਆਪਣੇ ਮਗਰ ਲਾਉਂਦੇ। ਸਿੱਧ ਇਹੋ ਕੁਝ ਕਰਦੇ ਸੀ, ਲੋਕਾਂ ਨੂੰ ਇਕੱਠਾ ਕਰਨਾ, ਰਿਧੀਆਂ ਸਿੱਧੀਆਂ ਦਿਖਾ ਕੇ ਆਪਣੇ ਮਗਰ ਲਾ ਲੈਣਾ, ਭਗਵੇ ਰੰਗ ਦੇ ਖਾਸ ਰੰਗ ਦਾ ਵੇਸ਼ ਕਰ ਲੈਣਾ, ਭਗਵੇ ਰੰਗ ਦਾ ਵੇਸ਼ ਪਾ ਲੈਣਾ, ਕੰਨ ਪੜਵਾ ਕੇ ਮੁੰਦਰਾਂ ਪਾ ਲੈਣੀਆਂ। ਅਨੇਕਾਂ ਹੀ ਐਸੇ ਕਰਮ ਸਨ ਜਿਹੜੇ ਸਿੱਧ ਕਰਦੇ ਸਨ, ਕਿਉਂਕਿ ਉਹਨਾਂ ਦਾ ਮੱਤ ਇਹ ਗੱਲ ਕਹਿੰਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਉਹ ਸਿੱਧੋ, ਉਹ ਰੱਬ ਨਾਲ ਮਿਲਾਪ ਕਿਸੇ ਭੀਖ ਨਾਲ, ਕਿਸੇ ਪਹਿਰਾਵੇ ਨਾਲ, ਕਿਸੇ ਰੰਗ ਨਾਲ, ਕਿਸੇ ਖਾਸ ਰੰਗ ਦੇ ਕੱਪੜੇ ਪਾ ਕੇ, ਗੇਰੂਏ ਰੰਗ ਦੇ ਪਾ ਕੇ, ਭਗਵੇ ਰੰਗ ਦੇ ਕੱਪੜੇ ਪਾ ਕੇ, ਨੰਗੇ ਰਹਿ ਕੇ, ਪਿੰਡੇ ਦੇ ਸੁਆਹ ਮਲ ਕੇ ਰੱਬ ਨਾਲ ਮਿਲਾਪ ਨਹੀਂ ਜੇ ਹੋਣਾ। ਹੁਣ ਨਿਬੇੜਾ ਨਾ, ਸਾਰੀਆਂ ਚੀਜ਼ਾਂ ਗੁਰੂ ਸਾਹਿਬ ਜੀ ਨੇ ਸਮਝਾਤੀਆਂ। ਅਸੀਂ ਇਹ ਵੀ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਆਉਂਦਾ ਹੈ, ਜੋਗ ਨਾ ਭਗਵੀਂ ਕੱਪਣੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੇ ਉਪਦੇਸ਼। ਸਤਿਗੁਰ ਦਾ ਉਪਦੇਸ਼ ਨਾਲ ਗੱਲ ਤਾਂ ਗੁਰੂ ਦਾ ਉਪਦੇਸ਼ ਮੰਨਣ ਦੀ ਸੀ, ਬਾਹਰ ਭਟਕਣ ਦੀ ਗੱਲ ਹੀ ਨਹੀਂ ਸੀ। ਹੁਣ ਸਤਿਗੁਰੂ ਸਿੱਧਾਂ ਨੂੰ ਗੱਲ ਸਮਝਾਉਂਦੇ ਨੇ ਕਿ ਸਿੱਧ ਜਨੋ, ਜੋਗ ਜਿਹੜਾ ਹੈ ਪਹਿਰਾਵੇ ਦਾ ਨਾਮ ਨਹੀਂ। ਸ਼ਬਦ ਇਹ ਗੱਲ ਸਮਝਾਉਂਦਾ ਹੈ। ਇਹ ਸ਼ਬਦ ਹੀ ਹੈ ਨਾ, ਜੋਗ ਨਾ ਭਗਵੀਂ ਕੱਪਣੀ। ਸ਼ਬਦ ਕੀ ਹੈ? ਸ਼ਬਦ ਕੀ ਹੈ? ਗੁਰੂ ਦੇ ਬੋਲ, ਪਰਮੇਸ਼ਰ ਦੇ ਘਰ ਦਾ ਸੱਚ, ਜੋ ਸਤਿਗੁਰਾਂ ਨੂੰ ਪ੍ਰਾਪਤ ਹੋਇਆ, ਉਹਨਾਂ ਨੇ ਦੁਨੀਆ ਨੂੰ ਦਿੱਤਾ। ਗੁਰੂ ਗ੍ਰੰਥ ਸਾਹਿਬ 'ਚ ਉਹਨੂੰ ਅੰਕਿਤ ਕੀਤਾ, ਉਹ ਲਿਖਿਆ ਗਿਆ। ਬੋਲ ਜਦੋਂ ਬੋਲਿਆ ਗਿਆ ਬੋਲ ਸੀ, ਜਦੋਂ ਲਿਖਿਆ ਗਿਆ ਉਦੋਂ ਸਤਿਗੁਰੂ ਦੇ ਗੁਣਾਂ ਨੂੰ ਲਿਖ ਦਿੱਤਾ। ਤਾਂ ਸਤਿਗੁਰੂ ਜੀ ਕਮਾਲ ਦੀਆਂ ਗੱਲਾਂ ਸਮਝਾਉਂਦੇ ਨੇ। ਕਹਿਣ ਲੱਗੇ ਵੀ, ਇਹ ਸਿੱਧ ਪੁਰਸ਼ੋ, ਇਹ ਸਿੱਧ ਜਨੋ, ਅਵਧੂਤ ਲੋਕੋ, ਜੋਗ ਜਿਹੜਾ ਹੈ, ਮਿਲਾਪ ਜਿਹੜਾ ਹੈ, ਪਖੰਡਾਂ ਨਾਲ ਨਹੀਂ ਹੋਣਾ। ਸ਼ਬਦ ਦਾ ਇਹ ਨਿਬੇੜਾ ਇਹ ਕਹਿੰਦਾ ਹੈ, ਜੋਗ ਹੁੰਦਾ ਹੈ ਮਾਇਆ ਤੋਂ ਨਿਰਲੇਪ ਹੋ ਕੇ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪ੍ਰਭੂ ਵਿੱਚ ਜੁੜੇ ਰਹਿਣਾ। ਸੰਸਾਰ ਤਿਆਗ ਕੇ ਨਹੀਂ, ਦੁਨੀਆ ਤਿਆਗ ਕੇ ਨਹੀਂ। ਇਹ ਸਿੱਧ ਪੁਰਸ਼ੋ, ਮਿਲਾਪ ਪਖੰਡਾਂ ਨਾਲ ਨਹੀਂ ਹੁੰਦਾ। ਲਾਭ ਕਿਵੇਂ ਹੋਏਗਾ? ਹੁਣ ਸਤਿਗੁਰੂ ਉਹਨਾਂ ਨੂੰ ਵੀ ਗੱਲ ਸਮਝਾਉਂਦੇ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੂੰਡ ਮੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ। ਸਿੰਘੀਆਂ ਵਜੋਗ ਨਾਲ ਥੋੜੀ ਜੋਗ ਹੋ ਜਾਣਾ। ਅੰਜਨ ਮਾਹਿਰ ਨਿਰੰਜਨ ਰਹੀ ਹੈ, ਸ਼ਬਦ ਦਾ ਇਹ ਨਿਬੇੜਾ ਹੈ ਕਿ ਜੋਗ ਜੁਗਤ ਇਵ ਪਾਈ ਹੈ। ਇਹ ਸ਼ਬਦ ਨਿਬੇੜਾ ਕਰਦਾ ਹੈ, ਪਖੰਡਾਂ ਨਾਲ ਜੋਗ ਨਹੀਂ ਹੋਣਾ। ਫਿਰ ਸਤਿਗੁਰੂ ਕਹਿੰਦੇ, ਗੱਲੀ ਜੋਗ ਨਾ ਹੋਈ, ਉਹ ਭੋਲਿਓ ਗੱਲਾਂ ਨਾਲ ਥੋੜੀ ਹੋਣਾ। ਏਕ ਦ੍ਰਿਸ਼ਟ ਕਰ ਸੰਸਾਰ ਜਾਣੇ, ਜੋਗੀ ਕਹੀਐ ਸੋਈ। ਹੁਣ ਸ਼ਬਦ ਦਾ ਇਹ ਨਿਬੇੜਾ ਹੈ। ਸ਼ਬਦ ਇਹ ਗੱਲਾਂ ਸਮਝਾਉਂਦਾ ਹੈ, ਨਾਮ ਇਹ ਗੱਲ ਸਮਝਾਉਂਦਾ ਹੈ।
शब्द ने गल दसनी है। कहते ने वाजे वाजों सिंगी वाजे तो निरपो पद पाई है। सिंगियां बजाओ केड़ी? नाम शब्द दियां। अंदर अंदर सिंगी वजे, वो आनंद दे झुरकारे अंदर पैण। अंजड़ माहे नरंजन रहिए जो जुगत तो पाई है। जोग जुगती इदा थोड़ी मिलती है, इवें मिलती है। हे सिद्ध जनो, हे जोगी जनो, तुसी जे जोग सचमुच रहना, शब्द गल समझाउंदा है भी संतोख नूं अपणियां मुंदरां बना, संतोख नूं अपणियां मुंदरां बना, अपनी मेहनत नूं खप्पर बना, झोली बना। अकाल पुरख दे ज्ञान रूपी सुहा पिंडे ते मल, सुहा मल ज्ञान रूपी सुहा। अपने इस काया नूं विकारां तो बचा के रख, इस शरीर नूं बचा के रख। कुआरी काया की गल की गुरु पातशाह ने। इहो ही सब तो उच्चा जत सत है। जत सत की है? शरीर नूं विकारां तो बचा के रखना। असल जोत दी जोग दी जुगत है, मिलाप दी जुगती इहो है। जुगती मिलाप दी जुगती की है? अपने शरीर नूं विकारां तो बचा के रखना। शरधा ते भरोसे दा डंडा होवे, कूड़ दी कंध टुट जाएगी, मिलाप हो जाएगा। गुरु नानक पातशाह ने जप दी बाणी च गल समझा दी सी। मुंदा संतोख श्रमपत झोली, श्रमपत झोली है, मेहनत की झोली है। ध्यान की करें विभूत, थिंथा काल कुआरी काया जुगत, डंडा प्रतीत आई पंथी सगल जमाती। फिर कहते मन जीता जग जीत। जोग होना जिहड़ा इस तो पिछली पौड़ी कल विचार की सी, मन जितन दे नाल। जोग कर्म कांड नाल नहीं होना, जोग मन जितन ना, मन जितन ना होना। तां ही बादशाह कहते आदेश तिसै आदेश, आद अनील अनाद अनाहत जुग जुग इको वेश। आदेश नमस्कार, नमस्कार है, झुकिया सिर उहदे अगे। किहदे अगे? जिहड़ा आद है, अनील है, अनाहत है, जुगा जगंतरा तो है। तो सिद्धो हुण शब्द का फैसला सुनो। शब्द का फैसला की है कि प्रभु के नाम तो बिना मिलाप नहीं जे होना, प्रभु के नाम तो बिना मिलाप नहीं होना। हुण नाम की है? इत्थे आके आपां पिछे एक सवाल भी आया सी अपने विचार चर्चा दे विच भी नाम की, शब्द ते नाम का की फर्क है। तो थोड़ी जी आपां इहदी गल कर लईए। नाम है रब दे गुण। नाम की है? रब दे गुण। हुण देखो जिहड़े जदों शब्द की है लिखिया किवें, नाम लिखिया किवें जाएगा? जदों शब्द लिखिया गया वो नाम बन गया। मैं शब्द बोलिया, मेरे नाम का शब्द वखरे वखरे सी। जब शब्द नहीं सी मेरा नाम भी बोलिया नहीं सी जा सकता। शब्द लिखिया गया, हाहा रारा जज्जे नूं बिहारी पै गई, तत्ता हरजीत बनिया, सस्से नूं सिहारी उत्ते टिप्पी घग्गा व सिंह बनिया। कहदे चों बनिया? शब्द नाल। हुण इत्थे जदों लिखिया गया उदों ये नाम है। शब्द लिखिया गया नाम है सारा विचार रब्बी गुणा दी विचार। शब्द की है? रब्बी गुणा दी विचार। नाम की है? रब्बी गुणा दी विचार। कोई नाम कोई स्पैशल चीज नहीं, दो चार अखरां दा सुमेल नहीं है। श्री गुरु ग्रंथ साहिब विच एक ओंकार तो लैके नानक नाम मिले तां जीवा तन मन थीवे हरिया दा एक एक अखर जिहड़ा नाम है, उहनूं असीं शब्द भी कह लैंदे आ। श्री गुरु ग्रंथ साहिब जी की है? शब्दां दा संग्रह। शब्दां दा शब्द की है? प्रभु दे गुण। नाम की है? प्रभु दे गुण। जे असीं वाह गुरु बोलिया तो उहदी विस्माद दे गुण नहीं कीता ना, वाह गुरु तू बेअंत है, तू बेअंत है, की किया? ਉਹਦੇ गुण बयान किए। नाम ते शब्द का भेद नहीं है। एक भुलेखा साडे दिमाग विच पै गया भी शब्द पढ़ना कुछ नहीं बनना, केवल नाम नाम करना नहीं बनना। मेरी बेनती है, नाम जिहड़ा है ਉਹਦੇ गुणा दी विचार है। बैठ के कर लो जिन्नी देर मर्जी, पर जे असीं वाहगुरू भी आखदे हां तां अंदर विस्मादता आवे। वाह गुरु, फिर तो ਉਹਦੀ रचना का ख्याल मन च घूमे, क्या कमाल दी तेरी रचना, क्या क्यों गुरु वाह है।
क्यों वाह है? कोई चीज जित के जावे ਤਾਂ ਹੀ ਵਾਹ, ਉਹਨੂੰ ਕਹਿੰਦੇ ਵਾਹ ਬਈ ਕਮਾਲ ਕਰ ਦਿੱਤੀ। ਤੇ ਜੇ ਕੋਈ ਹਾਰ ਗਿਆ ਤਾਂ ਉਹਨੂੰ ਕਹਿੰਦਾ ਛੱਡ, ਇਹਨੂੰ ਤਾਂ ਖੇਡਣਾ ਨਹੀਂ ਆਉਂਦਾ। ਗੁਰੂ ਵਾਹ ਕਿਉਂ ਹੈ? ਗੁਰੂ ਪਰਮੇਸ਼ਰ ਇੱਕ ਚੀਜ਼ ਹੈ, ਪਰਮੇਸ਼ਰ ਦੇ ਗੁਣ ਗੁਰੂ ਦੇ ਗੁਣ ਹਨ। ਦੇਖ ਰਚਨਾ ਕਰਤਾਰ ਦੀ, ਦੇਖ ਕੁਦਰਤ ਗੁਰੂ ਦੀ, ਦੇਖ ਗੁਰੂ ਦੀ ਬੇਅੰਤਤਾ। ਕਦੀ ਸੋਚਦਾ ਕਰ, ਵਾਹ ਗੁਰੂ ਦੇ ਗੁਣਾਂ ਦਾ ਗਿਆਨ ਤਾਂ ਹੋ। ਇਹ ਕੋਈ ਤਾਂ ਹੈ ਨਹੀਂ ਸੀ ਵਾਹ ਵਿਸ਼ਨੂੰ ਤੋਂ ਆ ਗਿਆ ਤਾਂ ਹਾਂ ਫਲਾਣੇ ਤੋਂ ਆ ਗਿਆ। ਐਵੇਂ ਮਨੋਕਲਪਤ ਗੱਲਾਂ ਦੇ ਨਾਲ ਆਪਣੇ ਇਸ ਗ੍ਰੰਥਾਂ ਨੂੰ ਸੋਧ ਦੇਣਾ ਚਾਹੀਦਾ ਹੈ ਜਿੱਥੇ ਕਮੀ ਪੇਸ਼ੀ ਹੈ। ਦੂਜੇ ਕੱਲ ਨੂੰ ਉਂਗਲ ਚੁੱਕਣ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਰਮਾਇਣ ਦੇ ਰਚਦਾ ਰਸ ਦੇਣ। ਇਹ ਉਸ ਤੋਂ ਚੰਗਾ ਪਹਿਲਾਂ ਆਪਣੀ ਚੀਜ਼ਾਂ ਨੂੰ ਸੋਧ ਦਿੱਤਾ ਜਾਵੇ, ਘਰ ਨੂੰ ਸਵਾਰ ਲਿਆ ਜਾਵੇ, ਚੰਗੀ ਬਾਤ ਹੈ। ਕਿਉਂਕਿ ਅਸੀਂ ਨਹੀਂ ਸਵਾਰਦੇ, ਇਸੇ ਕਰਕੇ ਲੋਕੀ ਉਂਗਲਾਂ ਚੁੱਕਣ ਦਾ ਮੌਕਾ ਮਿਲ ਜਾਂਦਾ ਹੈ। ਫਿਰ ਮੈਂ ਬੇਨਤੀ ਕਰਦਾ, ਨਾਮ ਤੇ ਸ਼ਬਦ ਦਾ ਭੇਦ ਨਹੀਂ ਹੈ। ਨਾਮ ਕੋਈ ਦੋ ਚਾਰ ਅੱਖਰਾਂ ਦਾ ਸੁਮੇਲ ਨਹੀਂ, ਨਾਮ ਗੁਣਾਂ ਦਾ ਸੰਗ੍ਰਹਿ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਗੁਣਾਂ ਦਾ ਸੰਗ੍ਰਹਿ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਨਾਮ ਹੈ। ਇੱਕ ਇੱਕ ਅੱਖਰ ਵਿੱਚ ਗੁਰੂ ਦੇ ਗੁਣ ਹਨ, ਪਰਮੇਸ਼ਰ ਦੇ ਗੁਣ ਹਨ, ਉਹਦੀ ਵਡਿਆਈ ਹੈ। ਸਤਿਗੁਰੂ ਜੀ ਨੇ ਇੰਨਾ ਕੁਝ ਲਿਖ ਕੇ ਕਹਿ ਦਿੱਤਾ ਸੀ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋ ਹੀ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿਰਿਆ। ਤੇਰਾ ਯਾਦ ਆ ਜਾਏ, ਗੁਣਾਂ ਦੀ ਵਿਚਾਰ ਆ ਜਾਏ ਤਾਂ ਜਿਉਂਦਾ ਹਾਂ, ਨਹੀਂ ਆਈ ਤਾਂ ਮੈਂ ਮਰਿਆ ਹੋਇਆ ਹਾਂ। ਗੁਣ ਆ ਗਏ ਤਾਂ ਹਿਰਦੇ 'ਚ ਖੜਾ ਹੋਇਆ। ਜੇ ਗੁਣ ਨਹੀਂ, ਨਾਮ ਦੀ ਵਿਚਾਰ ਨਹੀਂ, ਗੁਣਾਂ ਦੀ ਵਿਚਾਰ ਨਹੀਂ, ਬੰਦਾ ਮਰਿਆ, ਆਤਮਕ ਮੌਤ ਮਰਿਆ ਹੋਇਆ। ਖਿੜ ਜਾਂਦਾ ਨਾਮ ਦੀ ਗੱਲ ਸੁਣ ਕੇ। ਨਾਮ ਕੀ ਹੈ? ਉਹਦੇ ਗੁਣ, ਉਹਦੀ ਵਿਚਾਰ, ਉਹਦੀ ਚਰਚਾ। ਤਾਂ ਫਿਰ ਬੇਨਤੀ ਕਰਦੇ ਹਾਂ, ਨਾਮ ਹੈ ਰੱਬ ਦੇ ਗੁਣ। ਸ਼ਬਦ ਕੀ ਹੈ? ਰੱਬ ਦੇ ਗੁਣਾਂ ਨੂੰ ਬਿਆਨਿਆ ਗਿਆ। ਜਦੋਂ ਸ਼ਬਦ ਲਿਖਿਆ ਗਿਆ, ਨਾਮ ਹੋ ਗਿਆ। ਭਾਵ ਬੋਲ ਲਿਖਣ ਦੇ ਵਿੱਚ, ਲਿਖਤੀ ਵਿੱਚ ਆ ਗਿਆ ਉਹ ਨਾਮ। ਫਿਰ ਰੱਬੂ ਦੇ ਗੁਣਾਂ ਨੂੰ ਲਿਖਣ ਨੂੰ ਕਹਿੰਦੇ ਨਾਮ ਲਿਖਿਆ ਗਿਆ। ਅੱਖਰਾਂ ਦੋ ਚਾਰ ਅੱਖਰਾਂ ਦਾ ਸੁਮੇਲ ਨਹੀਂ, ਗੁਣਾਂ ਦਾ ਸੰਗ੍ਰਹਿ ਹੈ। ਇਹ ਰੱਬੀ ਗੁਣਾਂ ਦੀ ਵਿਚਾਰ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਰੱਬੀ ਗੁਣਾਂ ਦੀ ਵਿਚਾਰ ਨਾਲ ਭਰਿਆ ਹੋਇਆ। ਸਤਿਗੁਰੂ ਨੇ ਆਪੇ ਗੱਲ ਕਹੀ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਈਓ, ਜਿਸਕਾ ਸਭ ਸੁਧਾਰੋ। ਜੇ ਕੋ ਖਾਵੇ ਵਿਚਾਰ ਕਰੇਗਾ ਤਾਂ ਨਾ, ਫਿਰ ਅੱਗੇ ਪਹੁੰਚੇ ਦੀ ਪਹੁੰਚਾਵੇਗਾ ਤਾਂ ਨਾ। ਤਿਸਕਾ ਹੋਏ ਉਧਾਰ, ਉਧਾਰ ਹੋ ਜਾਏਗਾ, ਉਹਦਾ ਵੀ ਉਧਾਰ ਹੋ ਜਾਏਗਾ। ਜੇ ਕੋ ਖਾਵੇ, ਜੇ ਕੋ ਪਹੁੰਚੇ ਦੀ ਗੱਲ ਕੀਤੀ ਹੈ, ਉਸਦਾ ਉਧਾਰ ਹੋ ਜਾਏਗਾ। ਕੀ? ਜਿਹੜਾ ਨਾਮ ਜਿਹਨੂੰ ਸਮਝ ਆ ਗਈ। ਕਿਉਂਕਿ ਜੇਤਾ ਕੀਤਾ ਤੇਤਾ ਨਾਮ ਹੈ। ਇਹ ਰਚਨਾ ਸਭ ਨਾਮ ਬਣਿਆ ਕਿਸੇ ਦਾ। ਉਹਦੇ ਗੁਣ ਹਨ ਪਰਮੇਸ਼ਰ ਦੇ, ਉਹਦੇ ਗੁਣਾਂ ਦੀ ਵਿਚਾਰ ਹੈ। ਸਤਿਗੁਰੂ ਜੀ ਨੇ ਆਪੇ ਗੱਲ ਕਹੀ, ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਹੁਣ ਗੁਰਬਾਣੀ ਤੇ ਨਾਮ 'ਚ ਕੋਈ ਫਰਕ ਤਾਂ ਨਾ ਹੋਇਆ। ਗੁਰਬਾਣੀ ਗੁਰੂ ਦਾ ਬੋਲ, ਗੁਰੂ ਦੇ ਸ਼ਬਦ ਨੇ। ਤੇ ਇਹਦੇ 'ਚ ਕੀ ਹੈ? ਨਾਮ। ਇਹਦਾ ਮਤਲਬ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੋਏ ਹਰ ਅੱਖਰ ਵਿੱਚ ਨਾਮ ਦਾ ਵਾਸਾ ਹੈ, ਨਾਮ ਸਮਾਇਆ ਹੋਇਆ ਹੈ ਉਹਦੇ ਵਿੱਚ। ਪਰ ਜਿਸ ਮਨੁੱਖ ਨੇ ਖੋਜ ਕੀਤਾ, ਵਿਚਾਰ ਕੀਤੀ, ਸ਼ਬਦ ਨੂੰ ਪੜ੍ਹਿਆ, ਸ਼ਬਦ ਨੂੰ ਵਿਚਾਰਿਆ, ਉਸ ਨੂੰ ਇਹ ਅਸਲੀਅਤ ਸਮਝ ਆਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਉਸ ਨੂੰ ਯਾਦ ਕੀਤਿਆਂ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਤੇ ਉਹ ਪ੍ਰੀਤਮ ਦੀ ਯਾਦ ਵਿੱਚ ਰੰਗਿਆ ਜਾਂਦਾ, ਜੁੜ ਜਾਂਦਾ ਉਸ ਪਰਮੇਸ਼ਰ ਪਿਆਰੇ ਦੀ ਯਾਦ ਵਿੱਚ। ਵਾਹ ਗੁਰੂ ਕਰ, ਵਾਹ ਗੁਰੂ ਕਰ, ਫਿਰ ਵਾਹ ਵਾਹ ਕਰਦਾ ਹੈ। ਫਿਰ ਉਹਦੀਆਂ ਸਿਫਤਾਂ 'ਚ ਲੀਨ ਹੋ ਜਾਂਦਾ ਹੈ, ਫਿਰ ਗਾਉਂਦਾ ਉਹਦੇ ਗੁਣ। ਫਿਰ ਕਹਿੰਦਾ ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਨਕ ਪਤਿਆਨਾ ਰੇ। ਕਹਿੰਦੇ ਖੋਜ ਖੋਜ ਕੇ ਲੱਭਿਆ ਨਾ। ਤਤ ਕਿੱਥੋਂ ਮਿਲਿਆ? ਕਹਿੰਦੇ ਤਤ ਕਿੱਥੋਂ ਸਮਝਿਆ ਹੈ? ਕੀ ਸਮਝਿਆ? ਸਿਮਰਤ ਨਾਮ ਨਿਧਾਨ ਨਿਰਮੋਲਕ,
ਫਿਰ ਮਨ ਮਾਨਕ ਪਤਿਆਨਾ ਰੇ, ਮਨ ਮੋਤੀਆਂ ਵਰਗਾ ਪਵਿੱਤਰ ਹੋ ਗਿਆ। ਤੋ ਸਿੱਧਾਂ ਨੂੰ ਇਹੋ ਗੱਲ ਸਮਝਾਉਂਦੇ ਸਤਿਗੁਰੂ, ਕਹਿਣ ਲੱਗੇ ਉਹ ਭਾਈ ਪਰਮੇਸ਼ਰ ਨੂੰ ਮਿਲਣ ਦੇ ਲਈ ਸ਼ਬਦ ਦੇ ਨਾਲ ਜੁੜਨਾ, ਤੇ ਸ਼ਬਦ ਦਾ ਫੈਸਲਾ ਇਹ ਹੈ ਕਿ ਨਾਮ ਤੋਂ ਬਿਨਾਂ, ਉਹਦੇ ਰੱਬੀ ਗੁਣਾਂ ਦੀ ਵਿਚਾਰ ਤੋਂ ਬਿਨਾਂ, ਰੱਬੀ ਗੁਣਾਂ ਦੇ ਨਾਲ ਜੁੜਨ ਤੋਂ ਬਿਨਾਂ ਜੋਗ ਨਹੀਂ ਹੋਣਾ, ਮਿਲਾਪ ਨਹੀਂ ਹੋਣਾ। ਮਿਲਾਪ ਹੋਏਗਾ ਰੱਬੀ ਗੁਣਾਂ ਦੇ ਨਾਲ ਜੁੜਨ ਦੇ ਨਾਲ। ਤੋ ਸਿੱਧੋ ਰੱਬ ਨੂੰ ਮਿਲਣ ਲਈ ਉਹਦੇ ਨਾਲ ਜਾਣ ਪਛਾਣ ਜ਼ਰੂਰੀ ਹੈ, ਤੇ ਜਾਣ ਪਛਾਣ ਹੋਣੀ ਉਹਦੇ ਗੁਣਾਂ ਦੇ ਨਾਲ। ਰੱਬ ਨਾਲ ਜਾਣ ਪਛਾਣ, ਜੇ ਕਿਸੇ ਨੂੰ ਅਸੀਂ ਮਿਲਣਾ ਹੋਵੇ ਉਹਦੇ ਬਾਰੇ ਸਾਨੂੰ ਹੋਣੀ ਤਾਂ ਚਾਹੀਦੀ ਹੈ ਨਾ, ਵੀ ਕਿਹੋ ਜਿਹਾ ਹੈ, ਕਿਸ ਤਰ੍ਹਾਂ ਦੀ ਸ਼ਕਲ ਹੈ, ਕੀ ਆਕਾਰ ਹੈ, ਤੇ ਉਹ ਰੱਬ ਦੀ ਪਛਾਣ ਹੈ, ਰੱਬ ਦੇ ਗੁਣ। ਕਿਉਂਕਿ ਰੱਬ ਦਾ ਸਰੂਪ ਕੋਈ ਨਹੀਂ, ਰੱਬ ਦਾ ਸਰੀਰ ਕੋਈ ਨਹੀਂ। ਰੱਬ ਦੀ ਪਛਾਣ ਹੈ ਰੱਬ ਦੇ ਗੁਣ। ਤੇ ਗੁਣ ਕੀ ਹੈ? ਨਾਮ ਕੀ ਹੈ? ਰੱਬੀ ਗੁਣ। ਸਤਿਗੁਰ ਕਿਆ ਕਮਾਲ ਦੀ ਵਿਆਖਿਆ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਨੇ ਉਹਦੇ ਗੁਣਾਂ ਨਾਲ ਸਾਂਝ ਪੈਣੀ ਹੈ, ਸਾਂਝ ਪੈਣੀ ਹੈ ਸ਼ਬਦ ਦੀ ਵਿਚਾਰ ਦੇ ਨਾਲ। ਸ਼ਬਦ ਦੀ ਵਿਚਾਰ ਤੋਂ ਬਿਨਾਂ ਨਹੀਂ। ਜਿਵੇਂ ਜਿਵੇਂ ਗੁਣ ਵਿਚਾਰਦਾ ਜਾਏਗਾ, ਵਾਹ ਵਾਹ ਕਰਦਾ ਜਾਏਗਾ, ਵਾਹ 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 ਵਾਹ, ਕੇਵਲ ਜ਼ਬਾਨ ਨਹੀਂ, ਅੰਦਰੋਂ ਕਰੇਗਾ। ਜਿਵੇਂ ਜਿਵੇਂ ਉਹਦੇ ਗੁਣਾਂ ਦੀ ਵਿਚਾਰ ਹੋਏਗੀ। ਜੇ ਗੁਰੂ ਦਾ ਸ਼ਬਦ ਸੁਰਤ ਵਿੱਚ ਟਿਕਾਈਏ, ਆਪਾ ਭਾਵ ਦੂਰ ਹੋ ਜਾਂਦਾ ਹੈ, ਆਪਣੀ ਹਉਮੈ ਮੁੱਕ ਜਾਂਦੀ ਹੈ, ਤੇ ਹਉਮੈ ਮਾਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਜਿਵੇਂ ਜਿਵੇਂ ਮਾਲਕ ਦੇ ਗੁਣਾਂ ਦੀ ਪਛਾਣ ਵੱਧਦੀ ਹੈ, ਜਿਵੇਂ ਜਿਵੇਂ ਉਹਦੇ ਗੁਣਾਂ ਦੀ ਪਛਾਣ ਹੁੰਦੀ ਜਾਂਦੀ ਹੈ, ਤਿਵੇਂ ਤਿਵੇਂ ਮਨ ਨੂੰ ਨਿਉਣ ਦੀ ਜਾਂਚ, ਨੀਵੇਂ ਹੋਣ ਦੀ ਜਾਂਚ ਆਉਂਦੀ ਜਾਂਦੀ ਹੈ। ਲੋ ਹੁਣ ਆਪਾਂ ਆਪਣੇ ਆਪ ਤੇ ਪਰਖ ਕਰ ਲੈ ਕੇ ਦੇਖੀਏ ਵੀ ਕੀ ਰੱਬੀ ਗੁਣਾਂ ਦਾ ਵਾਸਾ ਸਾਡੇ ਅੰਦਰ ਹੈ। ਸਾਨੂੰ ਉਹ ਨੀਵਨ ਦੀ ਜਾਂਚ ਆ ਗਈ। ਨਿਵਨ ਸੋ ਅੱਖਰ ਖਵਣ ਗੁਣ, ਜਿਹਵਾ ਮਨੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਗੱਲ ਸਮਝ ਆ ਗਈ? ਅੰਦਰੋਂ ਨਿਕਲ ਗਈ? ਨਹੀਂ ਨਿਕਲੀ। ਇਹ ਮਰੀ ਹੋਈ ਬਿੱਲੀ ਤਾਂ ਜੇ ਅੰਦਰ ਹੀ ਬੈਠੀ ਹੈ। ਸਾਰੀ ਸਿੱਧ ਗੋਸ਼ਟ ਦੀ ਵਿਚਾਰ ਦਾ ਤੱਤ ਕੀ ਹੈ? ਤੱਤ ਇਹੋ ਹੀ ਹੈ ਵੀ ਜਿਵੇਂ ਜਿਵੇਂ ਗੁਰੂ ਦਾ ਸ਼ਬਦ ਸਾਡੀ ਸੁਰਤ ਵਿੱਚ ਸਿੱਧੋ ਟਿਕ ਜਾਏਗਾ, ਫਿਰ ਹੰਕਾਰ ਦੀਆਂ ਟੀਸੀਆਂ ਤੇ ਨਹੀਂ ਚੜੇ ਜਾਈਦਾ। ਫਿਰ ਸਮੇਰ ਦੀ ਪਰਬਤ ਤੇ ਬੈਠ ਕੇ, ਪੱਥਰਾਂ ਵਿੱਚ ਬੈਠ ਕੇ ਪੱਥਰਾਂ ਵਰਗੇ ਦਿਲ ਨਹੀਂ ਕਰ ਲਈਦੇ। ਫਿਰ ਮਨ ਨੂੰ ਨਿਉਣ ਦੀ ਜਾਂਚ ਆਉਂਦੀ ਹੈ, ਤੇ ਮਨ ਜਿਹੜਾ ਬਰਫ਼, ਮਨ ਜਿਹੜਾ ਮੋਮ ਵਾਂਗੂ ਪਿਘਲ ਜਾਂਦਾ ਹੈ, ਨਰਮ ਹੋ ਜਾਂਦਾ ਹੈ। ਕਠੋਰ ਚਿੱਤ ਵਿੱਚ ਤਾਂ ਨਾਮ ਦਾ ਵਾਸਾ ਨਹੀਂ ਸੀ ਹੋਣਾ, ਹੁਣ ਮੋਮ ਵਰਗਾ ਹੋ ਗਿਆ। ਨਿਵਨ ਦੀ ਜਾਂਚ ਸਿੱਖਦਾ ਹੈ ਕਿੱਥੋਂ? ਸ਼ਬਦ ਕੋਲੋਂ। ਇਹ ਨਿਬੇੜਾ ਸ਼ਬਦ ਦਾ ਹੈ। ਸ਼ਬਦ ਦੀ ਵਿਚਾਰ ਦੇ ਨਾਲ ਪ੍ਰਭੂ ਦਾ ਨਾਮ ਭਾਵ ਉਹਦੇ ਗੁਣ ਮਨ ਵਿੱਚ ਆ ਵਸਦੇ ਹਨ, ਔਰ ਫਿਰ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਦੇ ਨਾਲ ਮਿਲਾਪ ਬਣਦਾ ਹੈ। ਫਿਰ ਉਹ ਸ਼ਬਦ, ਇਹ ਨਾਮ, ਇਹ ਉਹਦੇ ਗੁਣ ਉਹਦੇ ਨਾਲ ਮਿਲਾਪ ਬਣਾ ਦਿੰਦੇ ਹਨ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ ਬਸੰਤ ਰਾਗ ਵਿੱਚ, ਸਤਿਗੁਰੂ ਜੀ ਕਹਿੰਦੇ, ਗੁਰ ਕੇ ਸ਼ਬਦ ਵਿਚਾਰੇ ਆਪ ਜਾਏ, ਆਪਾ ਭਾਵ ਖਤਮ ਹੋ ਗਿਆ। ਸਾਜ ਜੋਗ ਮਨ ਵਸੇ ਆਏ, ਫਿਰ ਉਹ ਸੱਚੇ ਦਾ ਮਿਲਾਪ ਹੋ ਗਿਆ। ਜੋਗ ਕਿਹੜਾ? ਮਿਲਾਪ। ਹੁਣ ਸੱਚੀ ਪਤਾ ਲੱਗ ਗਈ। ਤੇ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਵਿਚਾਰ ਕੇ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਅਟਲ ਪ੍ਰਭੂ ਦੇ ਦਰਬਾਰ ਵਿੱਚ ਸੁਰਖਰੂ ਹੁੰਦੇ ਹਨ। ਨਾਮ ਇਹ ਕਹਿੰਦਾ, ਨਾਮ ਇਹ ਗੱਲ ਸਮਝਾਉਂਦਾ ਵੀ ਉਹ ਸੁਰਖਰੂ ਹੁੰਦੇ ਹਨ। ਇਹ ਗੱਲ ਨਾਮ ਨੇ ਸਮਝਾਈ ਹੈ। ਤਾਂ ਸਤਿਗੁਰ ਕਹਿਣ ਲੱਗੇ, ਸਿੱਧੋ ਜਣੋ ਫੈਸਲਾ ਮੇਰਾ ਨਹੀਂ, ਸ਼ਬਦ ਦਾ ਫੈਸਲਾ ਜੇ। ਉਹ ਫੈਸਲਾ ਹੈ ਬਿਨ ਨਾਮ ਹੈ ਜੋਗ ਨਾ ਹੋਈ। ਵੀ ਗੁਣਾਂ ਦੀ ਵਿਚਾਰ ਤੋਂ ਬਿਨਾਂ ਜੋਗ ਨਹੀਂ ਹੋਣਾ, ਉਹਦੇ ਗੁਣਾਂ ਦੀ ਵਿਚਾਰ ਤੋਂ ਬਿਨਾਂ ਮਿਲਾਪ ਨਹੀਂ ਜੇ ਹੋਣਾ। ਉਹਦੇ ਨਾਲ ਪਛਾਣ ਜ਼ਰੂਰੀ ਹੈ, ਪਛਾਣ ਉਹਦੇ ਗੁਣਾਂ ਨਾਲ ਹੋਣੀ ਹੈ, ਤੇ ਜਦੋਂ ਉਹਦੇ ਗੁਣ ਸਮਝ ਆ ਜਾਣਗੇ ਫਿਰ ਮਿਲਾਪ ਦੀ ਗੱਲ ਅੱਗੇ ਤੁਰੇਗੀ। ਤਾਂ ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਦੇਖੋ ਗੁਰੂ ਪਾਤਸ਼ਾਹ ਕਹਿੰਦੇ, ਸਾਚ ਨਾਮ ਗੁਰ ਸ਼ਬਦ ਵਿਚਾਰ, ਇਹੋ ਹੀ ਸੱਚਾ ਨਾਮ ਹੈ ਕਿ ਗੁਰੂ ਦੇ ਸ਼ਬਦ ਵਿਚਾਰ ਦੀ ਵਿਚਾਰ ਕਰਕੇ ਉਹਦੇ ਗੁਣਾਂ ਨੂੰ ਤੇਰੇ ਅੰਦਰ ਵਾਸਾ ਹੋ ਜਾਏ। ਇਹ ਵੀ ਨਾਮ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮਾਝ ਰਾਗ ਦੇ ਆਸਾ ਰਾਗ ਦੇ ਬੋਲ ਹਨ।
साच नाम गुर शब्द विचार, गुरमुख सच साचे दरबार। वो सच्चे दे दरबार विच सच्चे कौन ने? जिहड़े साच नाम गुर शब्द विचार, शब्द राही उहदे गुणां दी विचार करदे हन। दद्दे नूं सिहारी है ना, गुरु दे शब्द राही विचार, उहदे गुणां दी विचार। जिन्ने ही गुणां दी विचार करी जावांगे, जिन्नी गुणां दी विचार पक्की हुंदी जाएगी, जिन्नी गुणां दी विचार दे नाल साडा मन अंदरों भिजदा जाएगा, तिवें तिवें अंदर निमरता, प्यार, सत्कार, भाव, भावनी, अदब जीवन की जांच आती जाएगी। फिर मन उपर दीआं उडारियां नहीं मारता, झुकना सीख लैंदा है, क्योंकि फल लगना शुरू हो गया। जो फल लगना शुरू होंदा, दरख्त की टाहनी अपने आप थल्ले वाल नूं झुक जाती है, कहण दी लोड़ नहीं पैंदी। ਉਹਦੀ ਝੁਕੀ ਹੋਈ ਤਾਂ ਪਤਾ ਲੱਗਦਾ फल का भार ਇਹਦੇ ਉੱਤੇ है, नीवा होना शुरू हो जाता है। तो फल लगते भी उदों ही ने जो नीवा होंदा है। तो फल की मेहनत बड़ी है, मेहनत बड़ी है। पहले डोडियां पुंगरनगियां, फिर उहदे तो फुल बनेगा, तो उन्हें हर वेले बचाउणा पैंदा है। कबीर साहब का सलोक जिहड़ा ना, कबीर फल लागे फलन पाकन लागे आंब, जाहे पहुंचियो खसम को बीच ना खाई काम। जे रस्ते दियां मुश्किलां नूं काबू ना कीता ते ये फल पकना नहीं। फल लगदा, डोडी लगदी है, नाल ही हवावां दे बुलियां नाल अद्धे फुल झड़ जांदे हन, डोडी बनदी ही नहीं। बस शुरू होए, थोड़ा जिहा देखिया, चल छड्ड के दूजे पासे तुर गए, पर जिहड़ा फुल सी वो डोडी बनिया ही नहीं। फिर डोडियां जदों खिड़दियां ने, फुल खिड़दा है, फिर उहदे विचों फल बनना शुरू हुंदा है। गालड़ा ते कां ते तोते आके ठुंगे भी मारदे ने। कदी देखो ना अंब नूं पकदियां होया कितना टाइम लगदा है। फरवरी मार्च तो फुल लगने शुरू होंदे, डोडियां लगणियां शुरू होंदियां, अंबी जी बनदी है, अंबी वड्डी हुंदी ते तोते गालड़ा आके बैठ जांदे ने, आके टुक के जिन्हों टुक गया वो कदी पकदा नहीं। देखो क्या कमाल दे गुरु साहब समझाउंदे, किन्नियां व्याख्या सानूं। धर्म की यात्रा कोई सौखी थोड़ी सी, उस तो बचना पैना है। जे तोतियां तो बचाना पेगा, गालड़ा तो बचाना पेगा। कहते जाए पहुंचियो खसम को, मिलाप कदों होना है? जिहड़ियां सारियां औकड़ां नूं तय करता जाएगा, रस ना भर जाएगा। फिर ते जदों रस ना भर गया, फिर अंब छड्डण नूं दिल किहदा करदा है? जिन्हां बेचारिਆਂ ਨੂੰ डायबिटीज ਸ਼ੂਗਰ है, वो भी कहते हैं किते मिठा खा के देख ही लो, गोली वध खा लांगे। और देखो दुनिया का दस्तूर देखो, मैं तो कई बार बड़ा हैरान होना भी असी मूँह विच जिहड़ी चीज़ पा लेने ना, दोबारा कढ़ के मूँह च नहीं पाते। पर अंब की गिटक ऐसी चीज़ है, जब तक वो पीली तो चिट्टी नहीं हो जाती, पूछां नहीं निकल जांदियां, ਉਹਦਾ पूरी तरह स्वाद नहीं मान लेते, बार बार मूँह च पाउने, बार बार कढ़ लेने, क्योंकि पूरी तरह पक गया सी। वो पूरी तरह पक गया सी, स्वाद सी, रस ना भर गया सी, आनंद खेड़े च आ गया सी। जीवन भी तो इदां दा ही हो जाता, फिर जीवन भी तो इस तरह का ही होंदा। ये शब्द की गल है, गुरु साहब मिलाप की गल करते हैं। गुरु साहब गल्लां नाल नहीं गल समझाउंदे, तत्त दीयां गल्लां साडे सामने रख के सानूं शब्द दा निबेड़ा गुरु साहब करते हैं। कहते हैं भी शब्दे का निबेड़ा वो सुन तू उदू, मेरा नाम है जोग ना हुई। नहीं होना मिलाप, नहीं होना मिलाप। कदा कितनी देर तक? कहते जब तक उहदे गुणां दी विचार नहीं हुंदी। नामे राते अंधन माते, नामे ते सुख होई। लो हुण मस्ती की गल आ गई है। वाह मस्ती, नामे राते, नामे राते, राते का अर्थ होंदा है मस्त हो जाना। जिन पिया से मस्त पे, जिन्हें पी लिया फिर प्याला वो मस्त हो गया। नाम का प्याला की है, वो गुणा का अंदर हा कमाल। नाम का गुणा की, नाम का तो स्वाद ही हो जिहा है जी, कितना कि स्वाद मिठा है।
ਕਿੰਨੀ ਕੁ ਮਸਤੀ ਹੈ। ਜੋਗੀਆਂ ਨੂੰ ਵੀ ਤਾਂ ਗੁਰੂ ਸਾਹਿਬ ਨੇ ਇਹੀ ਗੱਲ ਕਹੀ ਸੀ, ਕਹਿੰਦੇ ਮੈਂ ਤਾਂ ਉਹ ਪੀਣਾ ਜਿਹਦੀ ਮਸਤੀ ਕਦੀ ਨਹੀਂ ਉਤਰਦੀ, ਤੁਹਾਡੀ ਪੀਤੀ ਹੋਈ ਸ਼ਰਾਬ ਤਾਂ 2-4 ਘੰਟਿਆਂ ਬਾਅਦ ਫਿਰ ਪੀਣੀ ਪੈਂਦੀ ਹੈ। ਮਾਬਾ ਮਨ ਬਤਵਾਰ, ਨਾਮ ਰਸ, ਨਾਮ ਰਸ ਪੀ, ਇਹ ਹੈ ਸਵਾਦ ਨਾਮ ਦਾ। ਸਹਿਜ ਰੰਗ ਰਚ ਰਿਹਾ, ਐਸਾ ਨਾਮ ਦਾ ਸਵਾਦ ਹੈ ਜਿਹੜਾ ਸਹਿਜ ਵਿੱਚ ਲੈ ਕੇ ਜਾਂਦਾ ਹੈ। ਇੱਥੇ ਮਸਤੀ ਹੈ ਨਾਮ ਦੀ, ਇਹ ਪਿਆਲਾ ਕਦੀ ਉਤਰਦਾ ਹੀ ਨਹੀਂ। ਇਹ ਤਾਂ ਪਾਤਸ਼ਾਹ ਦੀ ਮਜਲਿਸ ਹੈ, ਬਹੁਤ ਪਿਆਰੀ, ਬਹੁਤ ਪਿਆਰੀ, ਬੜੀ ਮਿੱਠੀ। ਉਹ ਨਾਮ ਕਿੰਨਾ ਕੁ ਮਿੱਠਾ ਸੀ, ਇਹ ਆਪਾਂ ਸ਼ੇਖ ਫਰੀਦ ਜੀ ਨੂੰ ਪੁੱਛੀਏ, ਬਾਬਾ ਜੀ ਨਾਮ ਕਿੰਨਾ ਮਿੱਠਾ? ਕਹਿੰਦੇ ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਮਾਝਾ ਦੁੱਧ, ਹਰ ਚੀਜ਼ ਮਿੱਠੀ ਹੈ ਨਾ। ਸ਼ੱਕਰ ਮਿੱਠੀ, ਖੰਡ ਮਿੱਠੀ, ਮਿਸ਼ਰੀ ਮਿੱਠੀ, ਗੁੜ ਮਿੱਠਾ, ਸ਼ਹਿਦ ਮਿੱਠਾ, ਦੁੱਧ ਮਿੱਠਾ। ਕਦੇ ਸਾਰੀਆਂ ਨੂੰ ਇਕੱਠਾ ਕਰ ਦਈਏ ਨਾ, ਸਾਰੀਆਂ ਨੂੰ ਇਕੱਠਾ ਇੰਨਾ ਮਿੱਠਾ ਹੋ ਜਾਏ ਜਿਹੜਾ ਸਾਡੇ ਮੂੰਹ ਨੂੰ ਵੀ ਨਾ ਲਾ ਸਕੀਏ, ਪਰ ਭੋਲਿਆ ਰੱਬ ਦੇ ਨਾਮ ਦੇ ਮਿਠਾਸ ਦੇ ਸਾਹਮਣੇ ਤਾਂ ਤੁੱਛ ਜੇ ਨੇ, ਨਾ ਹੀ ਇਹਨਾਂ ਦੀ ਮਿਠਾਸ ਤੈਨੂੰ ਰੱਬ ਤੱਕ ਪਹੁੰਚਾ ਸਕਦੀ ਹੈ। ਉਹਦੀ ਮਿਠਾਸ ਹੈ ਹੀ ਅਲੱਗ, ਉਹਦੇ ਨਾਮ ਦੀ ਮਿਠਾਸ ਹੈ ਹੀ ਅਲੱਗ। ਤੇ ਜੇ ਉਹਦੀ ਨਾਮ ਦੀ ਮਿਠਾਸ ਇੰਨੀ ਮਿੱਠੀ ਹੈ ਤੇ ਉਹਦੀ ਰਸਨਾ ਤੇ ਕੋੜਾ ਬੋਲ ਕਿਉਂ ਹੈ? ਇੱਕ ਸਵਾਲ ਖੜਾ ਹੋ ਗਿਆ ਵੀ ਜੇ ਨਾਮ ਦੀ ਮਿਠਾਸ ਇੰਨੀ ਹੈ, ਫਿਰ ਜਿਹਦਾ ਨਾਮ ਜਪਿਆ ਜਾਂਦਾ ਉਹ ਵੀ ਬੜਾ ਮਿੱਠਾ ਹੈ, ਉਹ ਵੀ ਕਦੀ ਕੋੜਾ ਬੋਲ ਬੋਲਦਾ ਹੀ ਨਹੀਂ, ਫਿਰ ਅਸੀਂ ਨਾਮੀ ਕਹਾਉਣ ਵਾਲਿਆਂ ਦੀ ਜ਼ਬਾਨ ਕੌੜੀ ਕਿਉਂ ਹੈ? ਕਿਉਂ ਕੋੜਾ ਬੋਲ ਨਿਕਲਦਾ ਹੈ? ਅਸੀਂ ਇਹ ਕਹਿ ਦਿੰਦੇ ਹਾਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ, ਉਹਨੂੰ ਆਉਂਦਾ ਹੀ ਨਹੀਂ। ਲੋ ਹੁਣ ਉਹਦੇ ਸਿਲੇਬਸ 'ਚ ਹੀ ਹੈ ਨਹੀਂ ਕੌੜਾ ਬੋਲ, ਤੇ ਫਿਰ ਸਾਡੇ ਸਿਲੇਬਸ 'ਚ ਕਿੱਥੋਂ ਆ ਗਿਆ ਸੀ? ਇਹ ਨਾਮੇ ਰੱਤੇ ਦੀਆਂ ਗੱਲਾਂ ਨੇ ਨਾ, ਐਵੇਂ ਗੱਲਾਂ ਨਾ ਰਾਤੇ ਕੇ ਕਿਤੇ ਭੁਲੇਖਾ ਨਾ ਸਾਡੇ ਮਨ 'ਚ ਰਵੇ, ਭੁਲੇਖਾ ਗਲਤੀ, ਇਹ ਅਸੀਂ ਦੁਬਦਾ ਵਿੱਚ ਨਾ ਜ਼ਿੰਦਗੀ ਬਤੀਤ ਕਰ ਬੈਠੀਏ ਵੀ ਅਸੀਂ ਬੜੇ ਨਾਮੀ ਆ, ਸ਼ਬਦ ਦੀ ਵਿਚਾਰ ਕਰਨੀ ਆ ਗਈ ਤਾਂ ਬੜੇ ਨਾਮੀ ਬਣ ਗਏ। ਨਹੀਂ 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 ਨਹੀਂ, ਵਿਚਾਰ ਤਾਂ ਹਰ ਵਿਦਵਾਨ ਕਰ ਲੈਂਦਾ, ਪਰ ਵਿਚਾਰ ਅੰਦਰ ਆਈ, ਨਾਮ ਦੇ ਗੁਣ ਆਏ, ਮਸਤੀ ਹੋਈ। ਗੁਰੂ ਸਾਹਿਬ ਤਾਂ ਕਹਿੰਦੇ ਜਿਨ ਪੀਆ ਸੇ ਮਸਤ ਪਏ ਹੈ, ਇਹ ਸੱਚਮੁੱਚ ਮਸਤ ਹੋ ਗਿਆ। ਇਹ ਤਾਂ ਅੰਦਰ ਮਾਤੇ ਦੀ ਗੱਲ ਕੀਤੀ ਹੈ, ਇਹ ਨਹੀਂ ਵੀ ਇੱਕ ਵੇਲੇ ਬਸ। ਉਹ ਮਸਤੀ ਵੀ ਲਗਾਤਾਰ ਹੈ, ਟੁੱਟਦੀ ਨਹੀਂ ਕਦੀ। ਉਹ ਮਸਤੀ ਟੁੱਟਣ ਵਾਲੀ ਨਹੀਂ ਹੈ, ਮਸਤੀ ਜਾਣ ਵਾਲੀ ਨਹੀਂ ਹੈ। ਤੇ ਇਹ ਨਵੇੜਾ ਸ਼ਬਦ ਦਾ, ਸ਼ਬਦਾਂ ਕਾ ਨਵੇੜਾ। ਉਹ ਸੁਣ ਤੂੰ ਉਦੋਂ, ਹੁਣ ਕੱਲੀ ਉਦੋਂ ਨੂੰ ਥੋੜੀ, ਸਾਰਿਆਂ ਨੂੰ ਆਵਾਜ਼ਾਂ ਦਿੱਤੀਆਂ ਬਾਬੇ ਨੇ। ਉਹ ਦੁਨੀਆ ਦੇ ਲੋਕੋ, ਜੇ ਧਰਮ ਦੇ ਮਾਰਗ ਤੇ ਚੱਲਣ ਦੀ ਗੱਲ ਕਰਦੇ ਹੋ, ਅਵਧੂਤ ਬਣਨ ਦੀ ਗੱਲ ਕਰਦੇ ਹੋ, ਉਦੋਂ ਬਣਨ ਦੀ ਗੱਲ ਕਰਦੇ ਹੋ, ਤਾਂ ਆਹ ਗੱਲਾਂ ਨੂੰ ਖਿਆਲ ਨਾਲ ਸੁਣ ਲਓ। ਇਹ ਸ਼ਬਦ ਦਾ ਫੈਸਲਾ ਆ, ਸ਼ਬਦ ਦਾ ਫੈਸਲਾ ਹੈ। ਬਿਨ ਨਾਮੈ ਜੋਗ ਨਾ ਹੋਈ, ਉਹਦੇ ਗੁਣਾਂ ਦੀ ਵਿਚਾਰ ਤੋਂ ਬਿਨਾਂ, ਉਹਦੀ ਵਡਿਆਈ ਵਿਚਾਰ ਤੋਂ ਬਿਨਾਂ, ਵਡਿਆਈਆਂ ਵਿਚਾਰ ਦੀ ਗੱਲ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ, ਨਹੀਂ ਗੱਲ ਬਣਨੀ। ਜੋਗ ਦਾ ਮਿਲਾਪ ਦਾ ਸਾਧਨ ਹੈ ਉਹਦਾ ਨਾਮ ਦੀ ਵਿਚਾਰ, ਉਹਦੇ ਗੁਣਾਂ ਦੀ ਵਿਚਾਰ, ਉਹ ਸ਼ਬਦ ਦੀ ਵਿਚਾਰ ਵਿੱਚੋਂ ਰਸ ਆਵੇ। ਰਸ ਆਏਗਾ ਤਾਂ ਮਸਤੀ ਹੋਏਗੀ, ਮਸਤੀ ਹੋਏਗੀ, ਮਤਵਾਲੇ ਹੋ ਗਏ, ਫਿਰ ਕਿਸੇ ਦੀ ਪਰਵਾਹ ਵੀ ਨਹੀਂ ਹੋਏਗੀ, ਫਿਰ ਦੁਨੀਆ ਦੀ ਵੀ ਪਰਵਾਹ ਨਹੀਂ ਹੋਏਗੀ, ਸੰਸਾਰ ਦੀ ਵੀ ਕੋਈ ਪਰਵਾਹ ਨਹੀਂ ਹੋਏਗੀ।
ਫਿਰ ਸੰਸਾਰ ਦਾ ਭੌ ਵੀ ਨਹੀਂ ਹੋਏਗਾ, ਮੌਤ ਦਾ ਡਰ ਵੀ ਨਹੀਂ ਹੋਏਗਾ। ਮਸਤੀ ਕਦੋਂ ਆਉਣੀ ਹੈ? ਜਦੋਂ ਮਨ ਅੰਤਰਮੁਖੀ ਹੋ ਗਿਆ, ਮਨ ਅੰਦਰ ਵੱਲ ਨੂੰ ਆ ਗਿਆ, ਮਨ ਰਾਜਾ ਕਾਬੂ ਵਿੱਚ ਹੋ ਗਿਆ। ਸੁਲਤਾਨ ਬੈਠਾ ਹੋਇਆ ਸੀ, ਫੌਜਾਂ ਢਹਿ ਗਈਆਂ, ਪਾਣੀਆਂ ਦੀਆਂ ਤੇਰੀਆਂ ਖਾਈਆਂ ਜਿਹੜੀਆਂ ਮਨ ਨੇ ਕਿਲੇ ਦੁਆਲੇ ਬਣਾਈਆਂ ਸੀ, ਸਭ ਖਤਮ ਹੋ ਗਈਆਂ। ਇੱਕ ਨਹੀਂ, ਦੋ ਨਹੀਂ, ਤਿੰਨ ਖਾਈਆਂ ਪਾਣੀ ਦੀਆਂ ਭਰ ਲੀਆਂ, ਕੋਈ ਕਿਲੇ 'ਚ ਨਾ ਬੜੇ। ਹੁਣ ਸਭ ਕੁਝ ਖਤਮ ਹੋਇਆ, ਕਿਲਾ ਵੀ ਸਰ ਹੋ ਗਿਆ, ਰਸ 'ਚ ਆ ਗਿਆ, ਮਿਲਾਪ 'ਚ ਆ ਗਿਆ। ਸ਼ਬਦ ਹੈ ਕਾਰ ਨਬੇੜਾ, ਸੁਣ ਤੂੰ ਔਦੂ, ਬਿਨ ਨਾਮੈ ਜੋਗ ਨਾ ਹੋਈ। ਦਿਲ ਹੀ ਨਹੀਂ ਕਰਦਾ ਅੱਗੇ ਤੁਰਨ ਨੂੰ। ਆਪਣੇ ਆਪ ਨੂੰ ਪਰਖਦੇ ਆ ਤਾਂ ਜ਼ੀਰੋ ਨਜ਼ਰ ਆਉਂਦੀ ਹੈ। ਅੱਗੇ ਤਾਂ ਤੁਰੀਏ ਜੇ ਇੱਥੇ ਆਪੇ ਪੂਰੇ ਹੋ ਜਾਈਏ। ਪਹਿਲੇ ਲਫ਼ਜ਼ਾਂ 'ਚ ਹੀ ਅਧੂਰੇ ਹੋ ਜਾਂਦੇ ਆ। ਧੰਨ ਭਾਗਾਂ ਵਾਲੇ ਹਨ ਉਹ ਜਿਹੜੇ ਸੱਚਮੁੱਚ ਹੀ ਇਸ ਪੰਕਤੀ ਤੋਂ ਅੱਗੇ ਤੁਰਦੇ ਨੇ, ਜਿਹੜੇ ਅੰਦਰ ਮਾਤੇ ਦੀਆਂ ਗੱਲਾਂ ਕਰਨੀਆਂ ਨੇ। ਅੰਦਰ ਮਾਤੇ ਦੀਆਂ ਗੱਲਾਂ ਤਾਂ ਉਹ ਹੀ ਕਰੇਗਾ ਨਾ ਜਿਹਨੂੰ ਨਾਮ ਦੀ ਸਮਝ ਆ ਗਈ ਹੈ। ਮਸਤੀ ਤਾਂ ਉੱਥੇ ਹੀ ਚੜੇਗੀ ਨਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਨਿਰਣਾ ਸ਼ਬਦ ਦਾ ਰੱਖਿਆ ਸਿੱਧਾ ਦੇ ਸਾਹਮਣੇ। ਇਹ ਸ਼ਬਦ ਦਾ ਨਿਰਣਾ ਸ਼ਬਦ ਤੋਂ ਸ਼ੁਰੂ ਹੋਈ ਇਹ ਪੰਕਤੀ, ਸਿੱਧ ਪੁਰਸ਼ ਦੀ ਚਰਚਾ, ਤੇ ਸ਼ਬਦ ਦਾ ਹੀ ਅੱਜ ਨਿਰਣਾ ਗੁਰੂ ਸਾਹਿਬ ਸਾਡੇ ਸਾਹਮਣੇ ਰੱਖਦੇ ਆ। ਇਹ ਨਿਰਣਾ ਸ਼ਬਦ ਦਾ ਕੀ ਹੈ? ਵੀ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਜਿਹੜਾ ਰਹਾਉ ਦੀ ਪੰਕਤੀ ਸੀ ਉਹਦੇ ਨਾਲ ਜੋੜ ਕੇ ਦੇਖੋ। ਵਿਚਾਰ ਰਹਾਉ ਨੂੰ ਛੱਡ ਕੇ ਨਹੀਂ ਜਾਂਦੀ ਕਿਤੇ ਵੀ। ਉਸੇ ਕਿਆ ਭਵੀਐ ਸੱਚ ਸੋਚਿਆ ਹੋਏ, ਸਾਜ ਸ਼ਬਦ ਬਿਨ ਮੁਕਤ ਨਾ। ਕੋਈ ਮੁਕਤ ਨਹੀਂ ਜੇ ਹੋਣਾ, ਬਿਨ ਨਾਮੇ ਜੋਗ ਨਾ ਹੋਈ। ਇਹਦਾ ਮਤਲਬ ਸ਼ਬਦ ਤੇ ਨਾਮ ਗੁਰੂ ਸਾਹਿਬ ਜੀ ਨੇ ਇੱਕ ਰਸਤੇ ਵਿੱਚ ਰੱਖਿਆ, ਤੇ ਜੋਗ ਜਿਹੜਾ ਮਿਲਾਪ ਜਿਹੜਾ ਹੈ ਉਹ ਸ਼ਬਦ ਨਾਮ ਤੋਂ ਬਿਨਾਂ ਨਹੀਂ ਹੋਣਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਸਮਝ ਸਾਡੀ, ਜੁਗਤੀ ਸਾਡੀ ਝੋਲੀ 'ਚ ਵੀ ਗੁਰੂ ਪਾਤਸ਼ਾਹ ਜੀ ਪਾਉਣ, ਤਦ ਕਿ ਅਸੀਂ ਵੀ ਇਸ ਨਾਮ ਦੇ ਨਾਲ ਆਪਣੇ ਆਪ ਨੂੰ ਰੰਗ ਕੇ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕੀਏ। ਬਾਕੀ ਵਿਚਾਰਾਂ ਫਿਰ ਅਗਲੇ ਮੰਗਲਵਾਰ ਤੋਂ ਸ਼ੁਰੂ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ, ਸਮਾਂ ਹੋ ਗਿਆ ਆਪ ਪਾਸੋਂ, ਸਮਾਂ ਵੱਧ ਲੈਣ ਦੀ ਵੀ ਖਿਮਾ ਚਾਹ ਰਿਹਾ, ਕਿਉਂਕਿ ਸ਼ਬਦ ਹੀ ਇਹੋ ਜਿਹਾ ਹੈ, ਆਨੰਦ ਇਹੋ ਜਿਹਾ ਹੈ ਜਿਸ ਤੋਂ ਅੱਗੇ ਜਾਣ ਨੂੰ ਦਿਲ ਨਹੀਂ ਕਰਦਾ। ਗੁਰੂ ਕਿਤੇ ਬਖਸ਼ਿਸ਼ ਕਰੇ ਇਹ ਸਾਡੇ ਅੰਦਰ ਵੀ ਦੀਵਾ ਜਗ ਜਾਏ ਤੇ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਸਾਰ ਸਕੀਏ ਜੀ। ਸਾਰਿਆਂ ਨੂੰ ਪਿਆਰ ਸਤਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।